ਐਸਜੀਪੀਸੀ ਦੇ ਦੋ ਟੁਕੜੇ ਕਰ ਦਿੱਤੇ ਗਏ। ਹਰਿਆਣਾ ਦੀ ਵੱਖਰੀ ਕਮੇਟੀ ਬਣਾ ਕੇ ਇਸ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਬਿਲੇ ਗੌਰ ਇਹ ਵੀ ਹੈ ਕਿ ਇਸ ਸਮੇਂ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਜ਼ਿਕਰ ਹੋ ਰਿਹਾ ਹੈ। ਅੰਮ੍ਰਿਤਪਾਲ ਦੇ ਬਿਆਨ ਆਉਂਦੇ ਨੇ ਜਾਂ ਖਾਲਿਸਤਾਨ ਦੇ ਉੱਤੇ ਲੋਕ ਬਿਆਨ ਦਿੰਦੇ ਨੇ ਤੇ ਇਸ ਵਿਚਾਲੇ ਜਥੇਦਾਰ ਸਾਹਿਬ ਦੀ ਇਹ ਸਟੇਟਮੈਂਟ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਦੇਸ਼ ਦੀ ਪਾਰਲੀਮੈਂਟ ਦੇ ਟੁਕੜੇ ਹੋਣਗੇ। ਇਸ ਦਾ ਸਿੱਧੇ ਸ਼ਬਦਾਂ ਦੇ ਵਿੱਚ ਮਤਲਬ ਕੱਢਿਆ ਜਾਵੇ ਤਾਂ ਕੀ ਹੋ ਸਕਦਾ ਹੈ ਕਿ ਜੇ ਦੇਸ਼ ਦੀ ਪਾਰਲੀਮੈਂਟ ਦੇ ਟੁਕੜਿਆਂ ਦਾ ਮਤਲਬ ਇਹ ਹੋਏਗਾ ਕਿ ਦੇਸ਼ ਦੀ ਅਖੰਡਤਾ ਨੂੰ, ਏਕਤਾ ਅਖੰਡਤਾ ਨੂੰ ਖਤਰਾ ਇੱਕ ਤਰੀਕੇ ਨਾਲ। ਜੇ ਪਾਰਲੀਮੈਂਟ ਅਲੱਗ ਹੋਏਗੀ ਕਿਸੇ ਦੀ ਤਾਂ ਫਿਰ ਉਸ ਦਾ ਮਤਲਬ ਬਹੁਤ ਸਿੱਧੇ ਸ਼ਬਦਾਂ 'ਚ ਹੈ, ਕੋਈ ਜ਼ਿਆਦਾ ਸਮਝਾਉਣ ਦੀ ਵੀ ਜ਼ਰੂਰਤ ਨਹੀਂ। ਤਾਂ ਅੱਜ ਚਰਚਾ ਇਸ ਦੇ ਉੱਤੇ ਕਿ ਜਥੇਦਾਰ ਸਾਹਿਬ ਨੂੰ ਇਹ ਕਿਉਂ ਲੱਗ ਰਿਹਾ ਹੈ ਕਿ ਪੰਜਾਬ ਦੇ ਨਾਲ, ਪੰਜਾਬੀਆਂ ਦੇ ਨਾਲ, ਖਾਸ ਤੌਰ ਤੇ ਸਿੱਖ ਕੌਮ ਦੇ ਨਾਲ ਕੇਂਦਰ ਦੀਆਂ ਸਰਕਾਰਾਂ ਧੱਕਾ ਕਰ ਰਹੀਆਂ ਨੇ, ਉਹ ਚਾਹੇ ਮੌਜੂਦਾ ਸਰਕਾਰਾਂ ਹੋਣ ਜਾਂ ਇਸ ਤੋਂ ਪਹਿਲਾਂ ਜਿਹੜੀਆਂ ਵੀ ਸਰਕਾਰਾਂ ਸਮੇਂ-ਸਮੇਂ ਦੇ ਉੱਤੇ ਰਹੀਆਂ ਉਹਨਾਂ ਦੇ ਉੱਤੇ ਇਲਜ਼ਾਮ ਨੇ। ਤੇ ਬਦਦੁਆ ਵਾਲੀ ਸਟੇਟਮੈਂਟ ਆਖਿਰ ਦੇਣੀ ਕਿਉਂ ਪੈ ਗਈ? ਹੁਣ ਸਵਾਲ ਤਾਂ ਇਹ ਵੀ ਹੈ ਕਿ ਜੇਕਰ ਵੱਖਰੀ ਕਮੇਟੀ ਬਣ ਗਈ, ਜਥੇਦਾਰ ਸਾਹਿਬ ਕਹਿੰਦੇ ਨੇ ਕਿ ਸਿੱਖ ਅਦਾਰਿਆਂ ਦੇ ਖਿਲਾਫ ਕੂੜ ਪ੍ਰਚਾਰ ਹੋਇਆ, ਨੌਜਵਾਨ ਹੁੱਲੜਬਾਜ਼ ਬਣ ਰਹੇ ਨੇ, ਤਾਂ ਕੀ ਇਹ ਬਦਦੁਆ ਵਾਲੇ ਬਿਆਨ ਦੇ ਨਾਲ ਜਾਂ ਬਦਦੁਆ ਦੇ ਕੇ ਇਹ ਚੀਜ਼ਾਂ ਜੇਕਰ ਹੋ ਰਹੀਆਂ ਨੇ ਜਾਂ ਹੋਈਆਂ ਨੇ ਤਾਂ ਇਸ ਤੋਂ ਨਿਜਾਤ ਪਾਈ ਜਾ ਸਕਦੀ ਹੈ? ਇਹ ਬਹੁਤ ਅਹਿਮ ਹੈ ਕਿਉਂਕਿ ਆਮ ਤੌਰ ਤੇ ਆਪਣੀ ਸੁਸਾਇਟੀ ਦੇ ਵਿੱਚ ਇਸ ਤਰੀਕੇ ਨਾਲ ਹੁੰਦਾ ਹੈ ਕਿ ਕਈ ਵਾਰ ਕੋਈ ਲੜਾਈ ਝਗੜੇ ਦੇ ਵਿੱਚ ਬਦਦੁਆ ਦਾ ਜ਼ਿਕਰ ਕਰ ਦਿੰਦਾ ਹੈ ਕਿ ਬਦਦੁਆ ਤੁਹਾਨੂੰ ਲੱਗੇਗੀ। ਜਥੇਦਾਰ ਸਾਹਿਬ ਕੁਝ ਤਰੀਕੇ ਨਾਲ ਬੋਲਦੇ ਆਏ ਨੇ, ਪਰ ਜਥੇਦਾਰ ਦੀ ਸਟੇਟਮੈਂਟ ਜਦੋਂ ਬਦਦੁਆ ਵਾਲੀ ਹੋਵੇ ਉਹ ਆਪਣੇ ਆਪ ਦੇ ਵਿੱਚ ਵਜ਼ਨਦਾਰ ਹੋ ਜਾਂਦੀ ਹੈ। ਅੱਜ ਚਰਚਾ ਇਸ ਦੇ ਉੱਤੇ ਕਰਾਂਗੇ ਕਿਉਂਕਿ ਜਥੇਦਾਰ ਸਾਹਿਬ ਦੀ ਸਟੇਟਮੈਂਟ ਸਿੱਧੇ ਕੇਂਦਰ ਦੀ ਸਰਕਾਰ ਤੇ ਨਿਸ਼ਾਨਾ ਹੈ ਤੇ ਸਥਿਤੀ ਇਸ ਸਮੇਂ ਹੀ ਹੈ ਕਿ ਕੇਂਦਰ ਦੀ ਸਰਕਾਰ ਇੱਕ ਪਾਸੇ ਹੈ ਜਾਂ ਬੀਜੇਪੀ ਇੱਕ ਪਾਸੇ ਹੈ ਤੇ ਸਾਹਮਣੇ ਜਥੇਦਾਰ ਸਾਹਿਬ ਨੇ। ਇੱਕ ਛੋਟੀ ਜਿਹੀ ਰਿਪੋਰਟ ਦੇ ਨਾਲ ਸ਼ੁਰੂਆਤ ਕਰਦੇ ਹਾਂ, ਉਸ ਤੋਂ ਬਾਅਦ ਚਰਚਾ ਹੋਵੇਗੀ ਇਸ ਮੁੱਦੇ ਉੱਤੇ। ਤੇ ਜੇ ਸਿੱਖਾਂ ਦੀ ਪਾਰਲੀਮੈਂਟ ਨੂੰ ਦੋ ਟੁਕੜਿਆਂ ਦੇ ਵਿੱਚ ਕੀਤਾ ਹੈ ਤੇ ਅਕਾਲ ਪੁਰਖ ਉਸ ਪਾਰਲੀਮੈਂਟ ਨੂੰ ਵੀ ਕਈ ਟੁਕੜਿਆਂ 'ਚ ਕਰੂਗਾ। ਇਹ ਖਾਲਸੇ ਦੀ ਬਦਦੁਆ ਲੱਗੂਗੀ। ਇਹ ਮੁਲਕ ਆਜ਼ਾਦ ਹੋ ਗਿਆ ਪਰ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ। ਸਾਧ ਸੰਗਤ, ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਕੌਮ ਦੇ ਨਾਂ ਦਿੱਤੇ ਗਏ ਸੰਦੇਸ਼ ਦੇ ਇਹ ਉਹ ਹਿੱਸੇ ਨੇ ਜਿਨ੍ਹਾਂ ਤੇ ਵਿਵਾਦ ਪੱਕ ਗਿਆ ਅਤੇ ਵਜ੍ਹਾ ਬਣਿਆ ਜਥੇਦਾਰ ਦੇ ਵੱਲੋਂ ਕੇਂਦਰ ਸਰਕਾਰ ਤੇ ਨਿਸ਼ਾਨਾ ਲਾਣਾ। ਜਥੇਦਾਰ ਨੇ ਸਭ ਤੋਂ ਪਹਿਲਾਂ ਵੱਖਰੀ ਹਰਿਆਣਾ ਕਮੇਟੀ ਬਣਾਏ ਜਾਣ ਦਾ ਮੁੱਦਾ ਚੁੱਕਿਆ ਤੇ ਕਿਹਾ ਕਿ ਜਿਸ ਤਰੀਕੇ ਸਿੱਖਾਂ ਦੀ ਪਾਰਲੀਮੈਂਟ ਦੇ ਦੋ ਟੁਕੜੇ ਕੀਤੇ ਗਏ ਨੇ, ਅਕਾਲ ਪੁਰਖ ਦੇਸ਼ ਦੀ ਪਾਰਲੀਮੈਂਟ ਦੇ ਵੀ ਕਈ ਟੁਕੜੇ ਕਰਨਗੇ। ਪਾਰਲੀਮੈਂਟ ਨੂੰ ਉਹ ਅਖੰਡ ਰੱਖਣ ਵਾਸਤੇ ਉਹ ਲੋਕਾਂ ਦੀ ਬਲੀ ਲੈਣੀ ਵੀ ਜਾਣਦਾ ਸਿਸਟਮ, ਲੋਕਾਂ ਨੂੰ ਮਾਰਨਾ ਵੀ ਜਾਣਦਾ ਹੈ ਕਿ ਕਿਸੇ ਕੀਮਤ ਦੇ ਉੱਤੇ ਅਸੀਂ ਭਾਰਤੀ ਪਾਰਲੀਮੈਂਟ ਨੂੰ ਅਖੰਡ ਜਿਹੜਾ ਹੈ ਉਹ ਰੱਖਣਾ ਹੈ। ਰੱਖੋ ਅਖੰਡ, ਸਾਨੂੰ ਕੋਈ ਮਤਲਬ ਨਹੀਂ ਹੈ, ਲੇਕਿਨ ਸਾਡੀ ਪਾਰਲੀਮੈਂਟ ਨੂੰ ਜਿਹੜਾ ਹੈ ਉਹ ਦੋ ਟੁਕੜਿਆਂ ਦੇ ਵਿੱਚ ਕਰ ਦਿੱਤਾ ਹੈ। ਤੇ ਜੇ ਸਿੱਖਾਂ ਦੀ ਪਾਰਲੀਮੈਂਟ ਨੂੰ ਦੋ ਟੁਕੜਿਆਂ ਦੇ ਵਿੱਚ ਕੀਤਾ ਹੈ ਤੇ ਅਕਾਲ ਪੁਰਖ ਉਸ ਪਾਰਲੀਮੈਂਟ ਨੂੰ ਵੀ ਕਈ ਟੁਕੜਿਆਂ 'ਚ ਕਰੂਗਾ। ਇਹ ਖਾਲਸੇ ਦੀ ਬਦਦੁਆ ਲੱਗੂਗੀ। ਜਥੇਦਾਰ ਨੇ ਇਹ ਵੀ ਦਾਅਵਾ ਕੀਤਾ ਕਿ ਦੇਸ਼ ਨੂੰ ਬੇਸ਼ੱਕ ਆਜ਼ਾਦੀ ਮਿਲ ਗਈ ਹੈ ਪਰ ਸਿੱਖਾਂ ਨੂੰ ਅਜੇ ਵੀ ਆਜ਼ਾਦੀ ਨਹੀਂ ਮਿਲੀ। ਅੰਗਰੇਜ਼ਾਂ ਨੇ ਵੀ ਇਹੋ ਪਾਲਿਸੀ ਵਰਤੀ ਸੀ। ਉਹਨਾਂ ਨੇ ਵੀ ਆਪਣੇ ਮਹੰਤਾਂ ਦੇ ਰਾਹੀਂ ਗੁਰਦੁਆਰੇ ਜਿਹੜੇ ਆ ਉਹ ਕੰਟਰੋਲ ਕਰਕੇ ਤੇ ਗੁਰਦੁਆਰਿਆਂ 'ਚੋਂ ਸਿੱਖਾਂ ਨੂੰ ਜਿਹੜਾ ਤਾਕਤ ਦੇਣਾ ਰੋਕਿਆ ਸੀ। ਪਰ ਸਿੱਖ ਇਕੱਠੇ ਹੋਏ, ਕੁਰਬਾਨੀਆਂ ਦਿੱਤੀਆਂ, ਸਿੱਖਾਂ ਨੇ ਗੁਰਧਾਮ ਆਜ਼ਾਦ ਕਰਵਾਏ, ਗੁਰਦੁਆਰਿਆਂ 'ਚੋਂ ਤਾਕਤ ਨਿਕਲੀ ਤੇ ਸਿੱਖਾਂ ਨੇ ਜਿਹੜਾ ਹੈ ਇਸ ਮੁਲਕ ਦੀ ਆਜ਼ਾਦੀ ਲਈ ਆਪਣਾ ਰੋਲ ਅਦਾ ਕੀਤਾ। ਇਹ ਮੁਲਕ ਆਜ਼ਾਦ ਹੋ ਗਿਆ ਪਰ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ। ਸਾਧ ਸੰਗਤ, ਉਧਰ ਭਾਜਪਾ ਨੇ ਜਥੇਦਾਰ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਸ਼ਰਾਪਿਤ ਭਾਸ਼ਾ, ਦੇਸ਼ ਨੂੰ ਤੋੜਨ ਵਾਲੀ ਭਾਸ਼ਾ ਜਿਹੜੀ ਹੈ, ਇਹ ਪਹਿਲੀ ਵਾਰ ਕਿਸੇ ਨੇ ਇਸ ਤਰ੍ਹਾਂ ਬੋਲੀ ਹੈ। ਸ਼੍ਰੀ ਅਕਾਲ ਤਖਤ ਜਿਹੀ ਸੰਸਥਾ ਤੇ ਬੈਠ ਕੇ ਬੋਲਣਾ ਬਹੁਤ ਗਲਤ ਆ ਔਰ ਜਥੇਦਾਰ ਸਾਹਿਬ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਸਿੱਖ ਕੌਮ ਦੀ ਬਿਹਤਰੀ ਲਈ ਇਹ ਭਾਸ਼ਾ ਨਹੀਂ ਹੋਣੀ ਚਾਹੀਦੀ। ਜਦਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਜਥੇਦਾਰ ਦੇ ਬਿਆਨ ਤੇ ਡਿਫੈਂਸਿਵ ਮੋਡ ਵਿੱਚ ਨਜ਼ਰ ਆਏ। ਕਿ ਜੇ ਖਾਲਸੇ ਦੀ ਬਦਦੁਆ ਲੱਗਦੀ ਆ ਤੇ ਕੋਈ ਵੀ ਨਹੀਂ ਰੋਕ ਸਕਦਾ ਜੋ ਸਿੰਘ ਸਾਹਿਬ ਨੇ ਜ਼ਿਕਰ ਕੀਤਾ। ਸੋ ਇਸ ਕਰਕੇ ਇਹ ਕਹਿਣਾ ਚਾਹੁੰਦੇ ਆ ਕਿ ਭਾਰਤੀ ਜਨਤਾ ਪਾਰਟੀ ਜਾਂ ਦੂਜੀਆਂ ਪਾਰਟੀਆਂ ਦੇ ਲੋਕ ਸਿੰਘ ਸਾਹਿਬ ਦੇ ਬਿਆਨ ਦੀ ਨਿੰਦਾ ਕਰਨ ਦੀ ਬਜਾਏ ਉਸ ਨੂੰ ਘੋਖਣ, ਉਸ ਨੂੰ ਵਿਚਾਰਨ, ਉਸ ਨੂੰ ਸੋਚਣ ਤੇ ਉਸ ਦੇ ਉੱਤੇ ਕੰਮ ਕਰਨ ਤਾਂ ਕਿ ਇਹ ਦੇਸ਼ ਦਾ ਵਜੂਦ ਜਿਹੜਾ ਕਾਇਮ ਰਹਿ ਸਕੇ। ਕੁੱਲ ਮਿਲਾ ਕੇ ਜਥੇਦਾਰ ਦੇ ਇਸ ਬਿਆਨ ਨੇ ਇੱਕ ਨਵੀਂ ਬਹਿਸ ਸ਼ੁਰੂ ਕਰ ਦਿੱਤੀ ਹੈ ਅਤੇ ਆਉਂਦੇ ਦਿਨਾਂ ਦੇ ਵਿੱਚ ਇਸ ਦਾ ਅਸਰ ਸੂਬੇ ਦੇ ਨਾਲ-ਨਾਲ ਦੇਸ਼ ਦੀ ਸਿਆਸਤ ਤੇ ਪੈਂਦਾ ਵੀ ਨਜ਼ਰ ਆਵੇਗਾ। ਨੰਗਲ ਤੋਂ ਰਾਜਕੁਮਾਰ ਦੇ ਨਾਲ ਨਪਿੰਦਰ ਬਰਾੜ ਦੀ ਰਿਪੋਰਟ, ਨਿਊਜ਼ 18 ਪੰਜਾਬ। ਖੈਰ ਮੁੱਦਾ ਆਪਣੇ ਆਪ ਦੇ ਵਿੱਚ ਗੰਭੀਰ ਹੋ ਜਾਂਦਾ ਹੈ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਟੁਕੜਿਆਂ ਦਾ ਜ਼ਿਕਰ ਕਰ ਦਿੱਤਾ ਜਾਵੇ
ਉਹ ਵੀ ਕੋਈ ਆਮ ਸ਼ਖਸ ਨਹੀਂ ਕਰ ਰਿਹਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰ ਰਹੇ ਨੇ। ਅੱਜ ਇਸ ਮੁੱਦੇ ਉੱਤੇ ਹੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਗੰਭੀਰ ਤੇ ਸੰਵੇਦਨਸ਼ੀਲ ਮੁੱਦਾ ਹੈ, ਕੋਸ਼ਿਸ਼ ਕਰਾਂਗੇ ਕਿ ਹਰ ਪੱਖ ਤੋਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ, ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਮੈਂ ਸ਼ੁਰੂਆਤ ਕਰਦਾ, ਸਭ ਤੋਂ ਪਹਿਲਾਂ ਤਾਰੁਫ ਕਰਵਾਉਣਾ ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਜੁੜ ਰਹੇ ਨੇ, ਐਸਜੀਪੀਸੀ ਨੂੰ ਰਿਪਰੈਜ਼ੈਂਟ ਕਰਨਗੇ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਐਚਜੀਐਮਸੀ ਦੇ ਹਰਿਆਣਾ ਦੀ ਜਿਹੜੀ ਵੱਖਰੀ ਕਮੇਟੀ ਦਾ ਜ਼ਿਕਰ ਹੋ ਰਿਹਾ ਉਸ ਦੇ ਪ੍ਰਧਾਨ ਰਹੇ ਨੇ। ਦਾਦੂਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਕੁਲਦੀਪ ਸਿੰਘ ਢਾਲੀਵਾਲ ਜੀ ਜੁੜ ਰਹੇ ਨੇ, ਰਿਪਰੈਜ਼ੈਂਟ ਕਰਨਗੇ ਬੀਜੇਪੀ ਨੂੰ। ਬੀਜੇਪੀ ਤੋਂ ਅੱਜ ਬਹੁਤ ਸਾਰੇ ਸਵਾਲ ਹੋਣੇ, ਬਹੁਤ ਬਹੁਤ ਸਵਾਗਤ ਹੈ ਢਾਲੀਵਾਲ ਸਾਹਿਬ ਤੁਹਾਡਾ ਵੀ। ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਕੁਲਦੀਪ ਸਿੰਘ ਜੀ, ਸਿੱਖ ਬੁੱਧੀਜੀਵੀ ਨੇ। ਕੁਲਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਮੈਂ ਸ਼ੁਰੂਆਤ ਅੱਜ ਬੀਜੇਪੀ ਤੋਂ ਕਰਾਂਗਾ। ਕੇਂਦਰ ਦੀ ਸਰਕਾਰ ਇਸ ਸਟੇਟਮੈਂਟ ਨੂੰ ਕਿਵੇਂ ਲੈਂਦੀ ਹੈ ਜਾਂ ਬੀਜੇਪੀ ਇਸ ਪੂਰੇ ਮਾਮਲੇ ਨੂੰ ਕਿਵੇਂ ਲੈਂਦੀ ਹੈ? ਕੁਲਦੀਪ ਢਾਲੀਵਾਲ ਜੀ। ਢਾਲੀਵਾਲ ਸਾਹਿਬ, ਪਹਿਲਾ ਸਵਾਲ ਇਹੀ ਹੈ, ਦੇਖੋ ਜੇ ਜਥੇਦਾਰ ਦੇ ਬਿਆਨ ਨੂੰ ਸੁਣਿਆ ਜਾਵੇ ਤਾਂ ਉਸ ਦੇ ਵਿੱਚ ਇੱਕ ਦਰਦ, ਇੱਕ ਟੀਸ ਤਾਂ ਸਾਫ਼ ਤੌਰ ਤੇ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਨਜ਼ਰ ਆਉਂਦੀ ਹੈ। ਉਹ ਕਹਿੰਦੇ ਨੇ ਕਿ ਕੀ ਕਰ ਦਿੱਤਾ ਗਿਆ ਜਾਂ ਕੀ ਹੋ ਰਿਹਾ, ਇਸ ਨੂੰ ਕਿਉਂ ਸਮਝਿਆ ਨਹੀਂ ਜਾ ਰਿਹਾ। ਔਰ ਜਦੋਂ ਸਿੱਖ ਕੌਮ ਦਾ ਜ਼ਿਕਰ ਹੁੰਦਾ, ਉਹਨਾਂ ਦੀ ਸਟੇਟਮੈਂਟ ਹੈ ਕਿ ਜਦੋਂ ਉਹਨਾਂ ਦਾ ਜ਼ਿਕਰ ਹੁੰਦਾ ਸਿੱਖ ਕੌਮ ਦਾ, ਤਾਂ ਫਿਰ ਸ਼ਹੀਦੀਆਂ, ਬਲੀਦਾਨ, ਕੁਰਬਾਨੀਆਂ ਭਰਿਆ ਪਿਆ ਇਤਿਹਾਸ, ਪਰ ਫਿਰ ਵੀ ਇਸ ਤਰੀਕੇ ਨਾਲ ਹੋ ਰਿਹਾ ਕਿ ਤੋੜ ਦਿੱਤਾ ਗਿਆ ਮਿਨੀ ਪਾਰਲੀਮੈਂਟ ਜਿਸ ਨੂੰ ਕਿਹਾ ਜਾਂਦਾ ਸਿੱਖਾਂ ਦੀ, ਐਸਜੀਪੀਸੀ ਨੂੰ। ਦੇਖੋ ਗੌਰਵ ਜੀ, ਸਭ ਤੋਂ ਪਹਿਲਾਂ ਤਾਂ ਜਥੇਦਾਰ ਸਾਹਿਬ ਸਤਿਕਾਰਯੋਗ ਨੇ, ਸਿਰਮੌਰ ਨੇ ਕੌਮ ਦੇ। ਉਹ ਜੋ ਵੀ ਗੱਲ ਕਹਿੰਦੇ ਨੇ ਉਹ ਸਾਰੇ ਸਿੱਖਾਂ ਦੇ ਦਿਲਾਂ ਤੱਕ ਅਸਰ ਕਰਦੀ ਹੈ। ਬਿਲਕੁਲ। ਪਰ ਅੱਜ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈਗਾ, ਉਹ ਬਿਆਨ ਇੱਕ ਸਿੱਖ ਹੋਣ ਦੇ ਨਾਤੇ ਮਤਲਬ ਮੈਂ ਇਹ ਕਹਿ ਸਕਦਾ ਕਿ ਨਿਰਾਸ਼ਾ ਭਰਿਆ ਗੱਲ ਉਹਨਾਂ ਨੇ ਕੀਤੀ ਹੈ। ਔਰ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ, ਖਾਲਸਾਈ ਜਾਹੋ ਜਲਾਲ ਵਾਲੇ ਦਿਨ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜੀ ਕੌਮ ਹੈਗੀ ਆ, ਉਹਦੇ ਬਾਦੋਆ ਵਰਗਾ ਸ਼ਬਦ ਜਿਹੜਾ ਹੈ ਉਹ ਕਿਤੇ ਨਾ ਕਿਤੇ ਸਿਆਸਤ ਤੋਂ ਪ੍ਰੇਰਿਤ ਹੈ। ਔਰ ਜ਼ਰੂਰ ਕਿਤੇ ਨਾ ਕਿਤੇ ਸਿਆਸਤ ਜਿਹੜੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਵੀ ਹੋਈ ਹੈ। ਔਰ ਇਹ ਦਿਸ ਰਿਹਾ ਇਕੱਲਾ ਮੈਨੂੰ ਨਹੀਂ, ਮੇਰੇ ਵਰਗੇ ਕਰੋੜਾਂ ਸਿੱਖਾਂ ਨੂੰ ਵੀ ਇਹ ਗੱਲ ਮਹਿਸੂਸ ਹੋ ਰਹੀ ਹੈ ਕਿ ਸਿਆਸਤ ਜਿਹੜੀ ਆ ਹਾਵੀ ਹੋ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਾਉਂਦੀ ਹੈ। ਨਹੀਂ ਕਿਉਂ? ਦੂਜੀ ਗੱਲ ਜਿਹੜੀ ਨਹੀਂ ਢਾਲੀਵਾਲ ਸਾਹਿਬ, ਮੈਂ ਚਰਚਾ ਅੱਜ ਬਹੁਤ, ਮੈਂ ਸ਼ੁਰੂਆਤ 'ਚ ਕਿਹਾ ਬੜਾ ਸੰਵੇਦਨਸ਼ੀਲ ਤੇ ਗੰਭੀਰ ਮੁੱਦਾ ਹੈ। ਜਿਹੜੀ ਵੀ ਗੱਲ ਆਪਾਂ ਅੱਜ ਕਰੀਏ ਤਾਂ ਲੋਕਾਂ ਨੂੰ ਸਮਝ ਆਵੇ ਕਿ ਇਸ ਦੇ ਪਿੱਛੇ ਬੇਸ ਤੁਹਾਨੂੰ ਕੀ ਨਜ਼ਰ ਆਉਂਦਾ ਹੈ। ਤੁਹਾਨੂੰ ਸਿਆਸਤ ਤੋਂ ਪ੍ਰੇਰਿਤ ਬਹੁਤ ਵੱਡੀ ਸਟੇਟਮੈਂਟ ਹੈ, ਇਹ ਵੀ ਛੋਟੀ ਸਟੇਟਮੈਂਟ ਨਹੀਂ ਹੈ। ਕਿਉਂ ਲੱਗਦਾ ਹੈ ਜੇ ਹੁਣ ਸਿੱਖ ਕੌਮ ਦੀ ਗੱਲ ਜਥੇਦਾਰ ਸਾਹਿਬ ਨਹੀਂ ਕਰਨਗੇ ਤਾਂ ਕੌਣ ਕਰੇਗਾ? ਨਹੀਂ ਦੇਖੋ, ਇਹ ਜਿਹੜੀ ਉਹਨਾਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਹੈ, ਮੈਂ ਤੁਹਾਡੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਇਹ ਕਾਂਗਰਸ ਨੇ ਬਣਾਈ ਸੀ। ਉਦੋਂ ਬਾਅਦ ਜਿਹੜਾ ਹੈਗਾ ਮਾਨਯੋਗ ਸੁਪਰੀਮ ਕੋਰਟ ਦਾ ਜੋ ਵੀ ਵਰਡਿਕਟ ਆਇਆ, ਉਹਦੇ ਤੇ ਹਰਿਆਣਾ ਸਰਕਾਰ ਨੇ ਐਜ਼ ਪਰ ਲਾਅ ਐਕਟ ਕੀਤਾ ਤੇ ਉਹਨੂੰ ਜਿਹੜਾ ਹੈਗਾ ਕੇਂਦਰ ਸਰਕਾਰ ਨਾਲ ਜੋੜ ਕੇ ਵੇਖਣਾ ਜਾਂ ਭਾਰਤੀ ਜਨਤਾ ਪਾਰਟੀ ਨਾਲ ਜੋੜ ਕੇ ਵੇਖਣਾ, ਇਹ ਸਿਆਸਤ ਦਾ ਹੀ ਇੱਕ ਜਿਹੜਾ ਹੈਗਾ ਮੁੱਦਾ ਹੈ। ਕਾਨੂੰਨ ਦੇ ਮੁਤਾਬਕ ਜੋ ਕੁਝ ਸੀਗਾ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਐਕਟ ਕੀਤਾ, ਉਹਦੇ ਵਿੱਚ ਕੁਝ ਉਸ ਤਰ੍ਹਾਂ ਦਾ ਨਹੀਂ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਬਦਦੁਆ ਵਰਗਾ ਸ਼ਬਦ ਜਿਹੜਾ ਹੈ ਆਉਣਾ, ਜਿਹੜੀ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਜਿਹੜੀ ਖਾਲਸਾਈ ਜਾਹੋ ਜਲਾਲ ਵਾਲੀ ਕੌਮ ਹੈ, ਚੜ੍ਹਦੀ ਕਲਾ ਵਾਲੀ ਕੌਮ ਆ, ਉਹਨਾਂ ਦੇ ਜਥੇਦਾਰ ਬਦਦੁਆ ਵਰਗਾ ਸ਼ਬਦ ਵਰਤਨ, ਮੇਰੇ ਖਿਆਲ ਚੋਂ ਕਿਤੇ ਨਾ ਕਿਤੇ ਸਿਆਸਤ ਤੋਂ ਪ੍ਰੇਰਿਤ ਹੈਗਾ। ਉਹ ਤੋਂ ਗਰੇਜ਼ ਹੋਣਾ ਚਾਹੀਦਾ ਸੀ। ਵੈਸੇ ਜਥੇਦਾਰ ਸਾਹਿਬ ਸਤਿਕਾਰਯੋਗ ਨੇ, ਉਹਨਾਂ ਦਾ ਹਰ ਸ਼ਬਦ ਜਿਹੜਾ ਇਲਾਹੀ ਹੁੰਦਾ ਔਰ ਉਹਨੂੰ ਹਰ ਸਿੱਖ ਉੱਤੇ ਗੌਰ ਕਰਦਾ। ਠੀਕ ਹੈ, ਮੈਂ ਰੁਕ ਕਰਦਾ ਹੁਣ ਗੁਰਚਰਨ ਸਿੰਘ ਗਰੇਵਾਲ ਜੀ ਦਾ। ਗਰੇਵਾਲ ਸਾਹਿਬ, ਤੁਸੀਂ ਲਾਜ਼ਮੀ ਤੌਰ ਤੇ ਜਥੇਦਾਰ ਸਾਹਿਬ ਦੀ ਸਟੇਟਮੈਂਟ ਦੇ ਨਾਲ ਇਤਫਾਕ ਰੱਖਦੇ ਹੋਵੋਗੇ। ਬੀਜੇਪੀ ਨੂੰ ਲੱਗਦਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ, ਪਰ ਲੋਕ ਵੀ, ਸਿੱਖ ਸੰਗਤ ਵੀ, ਪੰਜਾਬੀ ਵੀ ਜਾਣਨਾ ਤੇ ਸਮਝਣਾ ਚਾਹੁੰਦੇ ਨੇ ਕਿ ਅਜਿਹੀ ਕਿਹੜੀ ਸਥਿਤੀ ਬਣ ਗਈ ਕਿ ਜਥੇਦਾਰ ਸਾਹਿਬ ਨੂੰ ਲੱਗ ਰਿਹਾ ਕਿ ਇਹ ਬਦਦੁਆ ਲੱਗੇਗੀ ਦੇਸ਼ ਦੀ ਪਾਰਲੀਮੈਂਟ ਨੂੰ। ਬਹੁਤ ਸਾਰੇ ਸਿੱਖ, ਬਹੁਤ ਸਾਰੇ ਪੰਜਾਬੀ, ਬਹੁ ਗਿਣਤੀ ਹੋਣਗੇ ਜਿਹੜੇ ਦੇਸ਼ ਦੀ ਅਖੰਡਤਾ ਦੇ ਲਈ ਦੁਆਵਾਂ ਕਰਦੇ ਨੇ। ਦੇਖੋ ਗੌਰਵ ਜੀ, ਤੁਸੀਂ ਜ਼ਿਕਰ ਕੀਤਾ ਹੈ ਇਸ ਅੱਜ ਦੀ ਬਹਿਸ ਦੇ ਬਾਰੇ ਵਿੱਚ, ਮੈਂ ਵੀ ਇਹ ਗੱਲ ਕਰਾਂਗਾ ਕਿ ਜਿੰਨੇ ਸਾਡੇ ਪੈਨਲਿਸਟ ਨੇ ਮੇਰੇ ਸਾਰੇ ਸਤਿਕਾਰਯੋਗ ਨੇ, ਚਾਹੇ ਢਾਲੀਵਾਲ ਸਾਹਿਬ ਹੋਣ, ਚਾਹੇ ਦਾਦੂਵਾਲ ਸਾਹਿਬ ਹੋਣ, ਚਾਹੇ ਤੁਸੀਂ ਵੀ ਉਹਦੇ ਵਿੱਚੋਂ, ਕਿਉਂਕਿ ਤੁਸੀਂ ਵੀ ਇੱਕ ਮਰਜ਼ਾਦਾ ਵਿੱਚ ਰਹਿੰਦੇ ਹੋ। ਇੱਕ ਜਾਬਤੇ ਨਾਲ ਤੇ ਹੌਸਲੇ ਨਾਲ ਗੱਲ ਸੁਣਨ ਦੀ ਕੋਸ਼ਿਸ਼ ਕਰਿਓ। ਬਿਲਕੁਲ, ਤੁਸੀਂ ਬੜੀ ਸੋਹਣੀ ਗੱਲ ਕੀਤੀ ਆ ਕਿ ਜਥੇਦਾਰ ਸਾਹਿਬ ਦੇ ਮਨ ਦੀ ਵੇਦਨਾ ਇਹ ਕਿਉਂ ਪ੍ਰਗਟ ਹੋਈ। ਮੈਂ ਸਭ ਤੋਂ ਪਹਿਲਾਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿੰਨੇ ਦਰਸ਼ਕ ਦੇਖਣਾ ਚਾਹੁੰਦੇ ਆ, ਜਿਹੜਾ ਅੱਜ ਰੌਲਾ ਪਾਇਆ ਜਾ ਰਿਹਾ ਜਥੇਦਾਰ ਸਾਹਿਬ ਦੇ ਬਿਆਨ ਤੇ ਕਿ ਦੇਸ਼ ਨੂੰ ਤੋੜਨ ਦੀ ਗੱਲ ਆ, ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਕੋਈ ਵੀ ਬੰਦਾ ਉੱਠ ਕੇ, ਕੋਈ ਵੀ ਪਾਰਟੀ, ਕੋਈ ਵੀ ਧਿਰ, ਕੋਈ ਵੀ ਪੈਨਲਿਸਟ ਇਹ ਗੱਲ ਕਵੇ ਕਿ ਸਿੱਖਾਂ ਦੀ ਦੇਸ਼ ਭਗਤੀ ਤੇ ਕਿਸੇ ਤਰ੍ਹਾਂ ਦੀ ਕੋਈ ਊਣਤਾ ਹੀ ਲਿਖਦੀ ਆ, ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਕਿਹੜਾ ਮਨ 'ਚ ਇਹ ਲੱਗਦਾ ਕਿ ਇਹਨਾਂ ਦੇ ਮਨ 'ਚ ਮੈਲ ਆ, ਇਸ ਗੱਲ ਦਾ ਜਵਾਬ ਦੇ ਦੇਣ। ਉਸ ਤੋਂ ਬਾਅਦ ਗੱਲ ਆ ਗਈ ਜਿਹੜੇ ਬੰਦੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹ ਗੱਲ ਕਹਿੰਦੇ ਆ ਕਿ ਸਿਆਸਤ ਤੋਂ ਪ੍ਰੇਰਿਤ ਆ,
ਉਹ ਸਭ ਤੋਂ ਪਹਿਲਾਂ ਇਸ ਗੱਲ ਦਾ ਜਵਾਬ ਦੇਣ ਕਿ ਇਸ ਦੇਸ਼ ਦੇ ਸੱਤਾਧਾਰੀ ਲੋਕ ਤੇ ਮੋਹਨ ਭਾਗਵਤ ਜੀ ਹਰ ਰੋਜ਼ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਉਹ ਇਹ ਗੱਲ ਦੱਸਣ ਕਿ ਹਿੰਦੂ ਰਾਸ਼ਟਰ ਦਾ ਮਤਲਬ ਇਹ ਦੇਸ਼ ਦੀ ਏਕਤਾ ਅਖੰਡਤਾ ਇਕੱਠਾ ਕਰਨਾ ਜਾਂ ਇਸ ਨੂੰ ਵੱਖਰਾ ਕਰਨਾ। ਤੀਸਰੀ ਗੱਲ, ਇਹ ਗੱਲ ਮੰਨ ਲੈਣੀ ਚਾਹੀਦੀ ਆ ਤੇ ਮੰਨਣੀ ਪਵੇਗੀ, ਸ੍ਰੀ ਅਕਾਲ ਤਖਤ ਸਾਹਿਬ ਦੀ ਹਸਤੀ ਜਿਹੜੀ ਹੈ ਸੋਵਰਨ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਸੇ ਦੇ ਵੱਜੇ ਹੋਏ ਨਹੀਂ ਗਏ, ਉਹ ਜਿਹੜਾ ਕੁਝ ਉਹਨਾਂ ਨੂੰ ਦਿਸਦਾ ਕੰਧ ਤੇ ਲਿਖਿਆ ਪੜਾਉਂਦੇ ਆ ਤੇ ਉਹ ਗੱਲ ਕਹਿੰਦੇ ਨੇ। ਅੱਜ ਸਾਨੂੰ ਉਹਨਾਂ ਦੀ ਟਿੱਪਣੀ ਕਰਨ ਦੀ ਬਜਾਏ, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਆ, ਉਹਦੀ ਟਿੱਪਣੀ ਕਰਨ ਦੀ ਬਜਾਏ ਉਹਨਾਂ ਦੇ ਇਸ ਬਿਆਨ ਦੇ ਕਾਰਨ ਨੂੰ ਅੱਜ ਅਸੀਂ ਨਹੀਂ ਪਰਚੋਲ ਰਹੇ। ਅੱਜ ਮੈਂ ਇਹ ਗੱਲ ਕਹਿ ਦੇਣਾ, ਅੱਜ ਦੀ ਤਰੀਕ ਯਾਦ ਕਰ ਲਓ, ਅੱਜ ਦਾ ਸਮਾਂ ਯਾਦ ਕਰ ਲਓ। ਇਹ ਯਾਦ ਰੱਖੋ, ਜੇ ਅੱਜ ਦੇ ਦਿਨ ਇਹ ਬੀਜੇਪੀ ਜਾਂ ਬਾਕੀ ਪਾਰਟੀਆਂ ਇਸ ਗੱਲ ਦਾ ਰਾਗ ਲਾਪਣ ਨੂੰ ਛੱਡ ਕੇ ਜੈਦਰ ਸਾਹਿਬ ਦੇ ਬਿਆਨ ਤੇ ਧਿਆਨ ਦੇਣਗੀਆਂ ਕਿ ਜੈਦਰ ਸਾਹਿਬ ਦਾ ਬਿਆਨ ਕਿਉਂ ਵਾਪਰਿਆ, ਤੇ ਮੈਨੂੰ ਲੱਗਦਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਕੋਈ ਨਹੀਂਗਾ। ਜਿਹੜੀ ਬਦਦੁਆ ਦੀ ਗੱਲ ਕੀਤੀ ਹੈ, ਮੈਂ ਗੱਲ ਕਹਿ ਦੇਵਾਂ ਕਿ ਇਸ ਦੇਸ਼ ਨੂੰ ਸਿੱਖਾਂ ਨੇ ਦੁਆ ਦਿੱਤੀ ਤਾਂ ਇਹ ਦੇਸ਼ ਆਜ਼ਾਦ ਹੋਇਆ। ਅੱਜ ਸਿੱਖਾਂ ਦੀ ਮਨ ਦੀ ਭਾਵਨਾ ਪੜ੍ਹੀ ਜਾ ਸਕਦੀ ਆ। ਠੀਕ ਹੈ, ਅੱਜ ਅਸੀਂ ਭਰੇ ਮਨ ਨਾਲ ਇਹ ਗੱਲ ਕਹਿੰਦੇ ਆ ਕਿ ਸਿੱਖਾਂ ਨਾਲ ਵਤੀਰਾ ਚੱਲ ਰਿਹਾ, ਸ਼ਰੇਆਮ ਚੱਲ ਰਿਹਾ। ਸਿੱਖਾਂ ਦੇ ਨਾਲ ਸਰਕਾਰਾਂ ਵਤੀਰਾ ਕਰ ਰਹੀਆਂ ਨੇ, ਸਿੱਖਾਂ ਦੇ ਨਾਲ ਜਿਹੜਾ ਸਰਕਾਰੀ ਪ੍ਰਭਾਵਿਤ ਮੀਡੀਆ ਕਰ ਰਿਹਾ, ਸਿੱਖਾਂ ਦੇ ਨਾਲ ਨਿਆਂਪਾਲਿਕਾ ਕਰ ਰਹੀ ਆ, ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ, ਕੁੱਟਿਆ ਜਾ ਰਿਹਾ। ਉਸ ਤੋਂ ਬਾਅਦ ਸਾਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਦੇਸ਼ ਭਗਤ ਬਣੋ। ਸੋ ਸਿੱਖਾਂ ਨੇ ਸਭ ਕੁਝ ਇਹ ਦੇਸ਼ ਲਈ ਕੀਤਾ ਤੇ ਅੱਜ ਜਥੇਦਾਰ ਦੇ ਬਿਆਨ ਨੂੰ ਸਿਆਸੀ ਰੰਗਤ ਦੇ ਕੇ ਬਦਨਾਮ ਕੀਤਾ ਜਾ ਰਿਹਾ, ਜਦੋਂ ਕਿ ਉਹਦੀ ਅਸਲੀਅਤ ਨੂੰ ਨਹੀਂ ਪੜਿਆ ਜਾ ਰਿਹਾ। ਜੀ ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਦੇਖੋ ਗਰੇਵਾਲ ਜੀ, ਸਟੇਟਮੈਂਟ ਦੇ ਉੱਤੇ ਤਾਂ ਇਸ ਸਮੇਂ ਚਰਚਾ ਹੋ ਹੀ ਰਹੀ ਹੈ, ਪਰ ਦੂਜੇ ਪਾਸੇ ਤੁਸੀਂ ਗੱਲ ਕਹੀ ਸੀ ਕਿ ਦੇਸ਼ ਭਗਤੀ ਦੇ ਉੱਤੇ ਕਿਸੇ ਨੂੰ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਕੋਈ ਕਿੰਤੂ ਪਰੰਤੂ ਨਹੀਂ ਹੋ ਸਕਦਾ। ਲਾਜ਼ਮੀ ਤੌਰ ਤੇ ਉਹ ਪੈਨਲ ਦੇ ਵਿੱਚ ਬੈਠਾ ਕੋਈ ਸ਼ਖਸ ਬੋਲ ਵੀ ਜਾਵੇ ਤਾਂ ਵੀ ਨਹੀਂ ਹੋ ਸਕਦਾ। ਸਰ, ਕਿਸੇ ਨੂੰ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਕਿ ਦੇਸ਼ ਭਗਤੀ ਸਾਡੇ 'ਚ ਕਿੰਨੀ ਹੈ, ਪੰਜਾਬੀਆਂ 'ਚ ਕਿੰਨੀ ਹੈ, ਸਿੱਖਾਂ 'ਚ ਕਿੰਨੀ ਹੈ, ਕਿਸੇ ਨੂੰ ਕੋਈ ਸਰਟੀਫਿਕੇਟ ਦੀ ਜ਼ਰੂਰਤ ਨਹੀਂ। ਮੈਂ ਰੁਕ ਕਰਦਾ ਦਾਦੂਵਾਲ ਜੀ ਦਾ। ਦਾਦੂਵਾਲ ਜੀ, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਬਿਲਕੁਲ ਜੀ। ਦੇਖੋ, ਜਦੋਂ ਪਾਰਲੀਮੈਂਟ ਦਾ ਜ਼ਿਕਰ ਹੋ ਰਿਹਾ ਨਾ ਕਿ ਟੁਕੜੇ ਹੋ ਗਏ ਦੋ, ਤਾਂ ਉਸ ਦੇ ਵਿੱਚ ਇੱਕ ਕੁਐਸਚਨ ਮਾਰਕ ਤੁਹਾਡੇ ਉੱਪਰ ਵੀ ਖੜਾ ਹੋ ਰਿਹਾ। ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇਕਰ ਬਣੀ ਤਾਂ ਉਸ ਦੇ ਵਿੱਚ ਅਕਾਲੀ ਦਲ ਤੇ ਐਸਜੀਪੀਸੀ ਤੇ ਜਥੇਦਾਰ ਸਾਹਿਬ ਨੂੰ ਲੱਗਦਾ ਕਿ ਤੁਸੀਂ ਵੀ, ਯਾਨੀ ਐਚਐਸਜੀਐਮਸੀ ਦੇ ਵਿੱਚ ਜਿਹੜੇ ਪ੍ਰਧਾਨਗੀ ਦੇ ਅਹੁਦੇ ਉੱਤੇ ਰਹਿ ਚੁੱਕੇ ਨੇ, ਉਹ ਵੀ ਕਿਤੇ ਨਾ ਕਿਤੇ ਕੇਂਦਰ ਦੀਆਂ ਸਰਕਾਰਾਂ ਦੇ ਨਾਲ ਜਾ ਕੇ ਖੜ ਗਏ ਨੇ। ਤੁਹਾਡੇ ਉੱਤੇ ਵੀ ਕੁਐਸਚਨ ਮਾਰਕ ਹੈ, ਬਹੁਤ ਇੱਕ ਤਲਖ ਸਟੇਟਮੈਂਟ ਦੇ ਨਿਸ਼ਾਨੇ ਦੇ ਉੱਤੇ ਤੁਸੀਂ ਵੀ ਹੋ। ਦੇਖੋ ਸ਼ੁਕਲਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜੋ ਗਰੇਵਾਲ ਸਾਹਿਬ ਨੇ ਕਿਹਾ ਕਿ ਸਿੱਖਾਂ ਦੀ ਜਿਹੜੀ ਦੇਸ਼ ਭਗਤੀ ਹੈ ਭਾਰਤ ਦੀ ਆਜ਼ਾਦੀ ਵਾਸਤੇ, ਉਹਦੇ ਤੇ ਕਿਸੇ ਨੂੰ ਸ਼ੱਕ ਨਹੀਂ ਕਰਨਾ ਚਾਹੀਦਾ। ਉਹ ਤੁਸੀਂ ਵੀ ਉਹਨੂੰ ਜਿਹੜੀ ਅਪਰੋੜਤਾ ਕੀਤੀ ਹੈ। ਭਾਰਤ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਤਾਂ ਉਹ ਸਿੱਖਾਂ ਦਾ ਹੀ ਆ। ਸਭ ਤੋਂ ਵੱਧ ਫਾਂਸੀਆਂ, ਸਭ ਤੋਂ ਵੱਧ ਕਾਲੇ ਪਾਣੀ, ਸਭ ਤੋਂ ਵੱਧ ਤਬਾਹੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਆ। ਦੂਸਰੀ ਗੱਲ ਜਿਹੜੀ ਆ ਹਰਿਆਣਾ ਕਮੇਟੀ ਦੇ ਮੁੱਦੇ ਦੇ ਉੱਤੇ ਜਥੇਦਾਰ ਸਾਹਿਬ ਦਾ ਬਿਆਨ, ਮੈਂ ਉਹਦੇ ਬਾਰੇ ਮੈਂ ਅਪੀਲ ਇਹ ਕਰਨੀ ਚਾਹੁੰਦਾ ਕਿ ਦੇਖੋ, ਇਹਦੇ ਤੇ ਸਾਨੂੰ ਐਸਜੀਪੀਸੀ ਨੂੰ ਜਾਂ ਜਥੇਦਾਰ ਸਾਹਿਬਾਨਾਂ ਨੂੰ ਇਸ ਤਰੀਕੇ ਦੇ ਨਾਲ ਪੱਖਪਾਤ ਨਹੀਂ ਕਰਨਾ ਚਾਹੀਦਾ। ਪ੍ਰਬੰਧ ਵੰਡੇ ਜਾਣ ਨਾਲ ਕੋਈ ਸਿੱਖ ਨਹੀਂ ਵੰਡੇ ਗਏ। ਦਿੱਲੀ ਦੀ ਕਮੇਟੀ ਦਾ ਆਪਣਾ ਪ੍ਰਬੰਧ ਆ, ਹਰਿਆਣੇ ਦਾ ਜੇ ਆਪਣਾ ਪ੍ਰਬੰਧ ਹੋ ਗਿਆ ਤੇ ਉਹਦੇ ਨਾਲ ਕੋਈ ਸਿੱਖ ਥੋੜੀ ਵੰਡੇ ਗਏ ਆ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਜਥੇਦਾਰ ਸਾਹਿਬ ਦਾ ਬਿਆਨ ਆਉਣਾ। ਬਾਕੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ, ਜਥੇਦਾਰ ਸਾਹਿਬ ਸਿੱਖ ਕੌਮ ਦੀ ਸਰਮੌਰ, ਜਿਹੜੀ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ, ਉਹਦੇ ਜਥੇਦਾਰ ਨੇ, ਕਿਸੇ ਡੇਰੇ ਦੇ ਮਹੰਤ ਥੋੜੀ ਆ। ਇਹ ਜਿਹੜੇ ਵੱਧ ਦੁਆ ਦੇਣੀ ਸ਼ਗਨ ਵਿਸ਼ਾਗਨ, ਇਹ ਤਾਂ ਸਾਧਾ ਸੰਤਾਂ 'ਚ ਤਾਂ ਸੁਣੇ ਸੀਗੇ, ਪਰ ਜਥੇਦਾਰ ਸਾਹਿਬਾਨ ਵੱਲੋਂ ਬਦਦੁਆ ਇਸ ਤਰ੍ਹਾਂ ਦੀ ਜਿਹੜਾ ਲਫ਼ਜ਼ ਆ, ਮੈਂ ਸਮਝਦਾ ਕਿ ਉਹਨਾਂ ਦੀ ਸ਼ਖਸੀਅਤ ਨੂੰ ਇਹ ਸ਼ੋਭਾ ਨਹੀਂ ਦਿੰਦਾ। ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਬਦਦੁਆ ਜਿਹੜਾ ਲਫ਼ਜ਼ ਆ ਨਾ, ਉਹ ਕਹਿੰਦੇ ਜਿਹੜਾ ਕੋਈ ਬੰਦਾ ਸਾਹ-ਸੱਤਹੀਣ ਹੋ ਜਾਂਦਾ ਜਾਂ ਜਿਹੜਾ ਕੋਈ ਬੇਆਸਰਾ ਜਿਹਾ ਹੋ ਜਾਂਦਾ, ਉਹਦਾ ਸ਼ਬਦ ਇਹ ਨਿਕਲਦਾ ਤੇ ਬਦਦੁਆ ਵਾਲਾ। ਜਥੇਦਾਰ ਤਾਂ ਬਹੁਤ ਵੱਡੀ ਪਾਵਰ ਆ, ਸਾਡੀ ਕੌਮ ਦੀ ਸਰਮੌਰ ਪਾਵਰ ਆ। ਉਹਨਾਂ ਨੂੰ ਚਾਹੀਦਾ ਕਿ ਜੇ ਉਹਨਾਂ ਨੂੰ ਕੁਝ ਲੱਗਦਾ ਕੁਝ ਗਲਤ ਹੋਇਆ ਤਾਂ ਉਹਨਾਂ ਨੂੰ ਕੇਵਲ ਬਿਆਨਬਾਜ਼ੀ ਨਹੀਂ, ਉਹਨਾਂ ਨੂੰ ਤਾਂ ਫਿਰ ਖੰਡਾ ਖਿੱਚ ਕੇ ਤੁਰ ਪੈਣਾ ਚਾਹੀਦਾ। ਜਿਹੜੇ ਉਹਨਾਂ ਦੇ ਬੁੱਕਲ ਦੇ ਹੇਠਾਂ ਲੁਕੇ ਹੋਏ ਆ, ਜਿਹੜੇ ਉਹਨਾਂ ਨੂੰ ਵਰਤ ਕੇ ਹਮੇਸ਼ਾ ਹੀ ਤੇ ਉਹਨਾਂ ਨੂੰ ਜਿਹੜਾ ਹੈਗਾ ਕੋਠੀਆਂ ਦੇ ਵਿੱਚ ਸੱਦ ਕੇ ਹੁਕਮਨਾਮੇ ਜਾਰੀ ਕਰਾਉਂਦੇ ਆ ਵੀ ਮਾਫੀਨਾਮਾ ਕਰ ਦਿਓ, ਕਦੇ ਮਾਫੀਨਾਮਾ ਇਸ ਤਰ੍ਹਾਂ ਕਰ ਦਿਓ,
ਉਹਨਾਂ ਨੂੰ ਪਹਿਲਾਂ ਕਟਹਿਰੇ 'ਚ ਖੜਾ ਕਰਨਾ ਚਾਹੀਦਾ, ਜਿਨ੍ਹਾਂ ਨੇ ਉਹਨਾਂ ਤੋਂ ਪੰਥ ਰਤਨ ਤੇ ਫਖਰੇ ਕੌਮ ਲਏ ਹੋਏ ਆ ਜੀ। ਉਹਨਾਂ ਨੂੰ ਕਟਹਿਰੇ 'ਚ ਖੜਾ ਕਰਕੇ ਪੂਰੀ ਕੌਮ ਨੂੰ ਕਲਾਵੇ 'ਚ ਲੈ ਕੇ ਉਹ ਅਗਵਾਈ ਕਰਨ, ਜਿੱਥੇ ਕਿਤੇ ਕੋਈ ਗਲਤ ਲੱਗਦਾ ਵੀ ਸਰਕਾਰ ਕਰ ਰਹੀ ਜਾਂ ਕੋਈ ਹੋਰ ਕਰ ਰਿਹਾ, ਉੱਥੇ ਅਗਵਾਈ ਦੇਣ ਇੱਕ ਧੜੇ ਲਈ ਜਾਂ ਇੱਕ ਪਰਿਵਾਰ ਵਾਸਤੇ। ਇਸ ਤਰ੍ਹਾਂ ਦੀ ਗੱਲ ਨਾ ਕਰਨ। ਅਸੀਂ ਹਰਿਆਣੇ ਦੇ ਸਿੱਖ ਵੀ ਸਿੱਖ ਆ, ਸਾਨੂੰ ਵੀ ਕਲਾਵੇ 'ਚ ਲੈਣ। ਇਹ ਥੋੜੀ ਜਿਹੀ ਹਰਿਆਣਾ ਕਮੇਟੀ ਬਣ ਗਈ ਤੇ ਉਹਦੇ ਨਾਲ ਸਿੱਖ ਕਿਤੇ ਵੰਡੇ ਗਏ ਆ। ਅਸੀਂ ਸ਼੍ਰੋਮਣੀ ਕਮੇਟੀ ਨੂੰ ਸਰਮੌਰ ਸੰਸਥਾ ਮੰਨਦੇ ਆ, ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ। ਤੋ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਮੈਂ ਸਮਝਦਾ ਕਿ ਜਥੇਦਾਰ ਸਾਹਿਬ ਨੂੰ ਨਹੀਂ ਕਰਨੀ ਚਾਹੀਦੀ। ਜਥੇਦਾਰ ਪੱਖਪਾਤ ਨਹੀਂ, ਨਿਰਪੱਖਤਾ ਦੇ ਨਾਲ। ਠੀਕ ਹੈ ਦਾਦੂਵਾਲ ਜੀ, ਤੁਹਾਨੂੰ ਲੱਗਦਾ ਹੈ ਕਿ ਸਿੱਖਾਂ ਦੀ ਪਾਰਲੀਮੈਂਟ ਐਸਜੀਪੀਸੀ ਨੂੰ ਕਿਹਾ ਜਾਂਦਾ, ਉਹਦਾ ਕੋਈ ਟੁਕੜਾ ਨਹੀਂ ਹੋਇਆ, ਉਹਦੇ ਕੋਈ ਟੁਕੜੇ ਨਹੀਂ ਹੋਏ? ਨਹੀਂ ਦੇਖੋ, ਜਿਹੜੀ ਆਪਣਾ ਪ੍ਰਬੰਧ ਵੰਡੇ ਜਾਣ ਦੇ ਨਾਲ ਕੋਈ ਟੁਕੜਾ ਥੋੜੀ। ਪਹਿਲਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਭਾਰਤ ਪਾਕਿਸਤਾਨ ਬਣ ਗਿਆ, ਸੀਮਿਤ ਹੋ ਗਈ ਨਾ। ਦੇਖੋ ਤੁਸੀਂ ਵੀ ਮੰਨੋਗੇ ਸੀਮਿਤ ਹੋ ਗਈ ਕਿ ਜਿਹੜੀ ਹਰਿਆਣਾ ਦੇ ਪ੍ਰਬੰਧ ਸੀਗੇ, ਹਰਿਆਣਾ ਦੇ ਮੈਂਬਰ ਹੁੰਦੇ ਸੀ, ਉਹ ਨਹੀਂ ਹੋਣਗੇ। ਪ੍ਰਬੰਧ ਆ ਦੇਖੋ, ਅਕਾਲ ਤਖਤ ਇੱਕ ਹੈ ਤੇ ਇੱਕੋ ਰਹਿਣਾ, ਤੇ ਕੌਮ ਦੀ ਅਗਵਾਈ ਅਕਾਲ ਤਖਤ ਨੇ ਕਰਨੀ ਆ। ਇਹ ਜਿਹੜੇ ਪ੍ਰਬੰਧ ਵੰਡੇ ਜਾਣ ਨਾਲ, ਇਹ ਤਾਂ ਆਪੋ ਆਪਣੇ ਗੁਰੂ ਘਰਾਂ ਦਾ ਪ੍ਰਬੰਧ ਆ, ਲੋਕਲ ਸਟੇਟਾਂ 'ਚ ਵੰਡਿਆ ਗਿਆ, ਤੇ ਇਹਦੇ ਨਾਲ ਕੋਈ ਕੌਮ ਥੋੜੀ ਵੰਡੀ, ਕੋਈ ਪਾਰਲੀਮੈਂਟ ਥੋੜੀ ਵੰਡੀ ਗਈ ਕੋਈ ਇਹਦੇ ਨਾਲ। ਤੋ ਮੈਂ ਇਹ ਬੇਨਤੀ ਜਿਹੜੀ ਹੈ ਕਰਨੀ ਚਾਹੁੰਦਾ ਵਾ ਕਿ ਕੇਵਲ ਪ੍ਰਬੰਧ ਦੀ ਗੱਲ ਹੈ, ਇਹਨੂੰ ਏਡਾ ਵੱਡਾ ਮੁੱਦਾ ਨਾ ਬਣਾਇਆ ਜਾਵੇ, ਨਾ ਕੌਮ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈ ਮੈਂ ਸਮਝਦਾ ਉਹਦੇ ਨਾਲ ਗੁੰਮਰਾਹ ਵਾਲੀ ਗੱਲ ਜਿਹੜੀ ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬ ਨੂੰ ਇਹ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਸੀ? ਬਿਲਕੁਲ, ਮੈਂ ਕਹਿੰਦਾ ਕਿ ਜਥੇਦਾਰ ਸਾਹਿਬ ਸਾਨੂੰ ਵੀ ਕਲਾਵੇ 'ਚ, ਸਾਰੇ ਸਿੱਖਾਂ ਨੂੰ ਕਲਾਵੇ 'ਚ ਲੈਣ। ਪਰ ਜੇ ਉਹਨਾਂ ਨੂੰ ਕੋਈ ਲੱਗਦਾ ਹੈ ਨਾ ਕਿ ਕੁਝ ਗਲਤ ਹੋਇਆ ਤਾਂ ਕੇਵਲ ਬਿਆਨ ਨਾ ਦੇਣ। ਫਿਰ ਉਹ ਜਿਹੜੇ ਉਹਨਾਂ ਦੀ ਬੁੱਕਲ ਥੱਲੇ ਲੁਕੇ, ਉਹਨਾਂ ਨੂੰ ਪਹਿਲਾਂ ਕਟਹਿਰੇ 'ਚ ਖੜਾ ਕਰਨ ਕੇ, ਜਿਨ੍ਹਾਂ ਨੇ ਜਥੇਦਾਰਾਂ ਨੂੰ ਸਿਰਫ ਬਦ ਦੁਆ ਤੱਕ ਸੀਮਤ ਕਰਤਾ, ਵੀ ਆਪਦੀਆਂ ਕੋਠੀਆਂ 'ਚ ਸੱਦ ਕੇ ਕਹਿਤਾ ਵੀ ਹੁਕਮਨਾਮੇ ਜਾਰੀ ਕਰ ਦਿਓ। ਜਾਂ 1999 ਵੇਲੇ ਜਦੋਂ ਜਥੇਦਾਰ ਰਣਜੀਤ ਸਿੰਘ, ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਵੀ ਖਾਲਸੇ ਦਾ 300 ਸਾਲਾ ਮਨਾ ਲਓ, ਫਿਰ ਆਪਾਂ ਤੁਹਾਡਾ ਵਖਰੇਵਾਂ, ਸਰਦਾਰ ਬਾਦਲ ਸਾਹਿਬ ਤੇ ਸਰਦਾਰ ਟੌਹਰਾ ਸਾਹਿਬ ਤੁਹਾਡਾ ਵਖਰੇਵਾਂ ਦੂਰ ਕਰ ਲਾਂਗੇ, ਤੁਹਾਡੀ ਜਿਹੜੀ ਲੜਾਈ ਝਗੜਾ ਵਾ। ਠੀਕ ਹੈ, ਮਤਲਬ ਤੁਸੀਂ ਸਿੱਧਾ ਅਕਾਲੀ ਦਲ ਤੇ ਨਿਸ਼ਾਨਾ ਸਾਧ ਰਹੇ। ਬਾਦਲ ਸਾਹਿਬ ਨੇ ਜਥੇਦਾਰ ਨੂੰ ਹੀ ਘਰ ਨੂੰ ਤੋੜ ਦਿੱਤਾ। ਦੱਸੋ, ਕਮਜ਼ੋਰ ਜਥੇਦਾਰ ਕਰਦੇ ਸਾਡੇ ਪ੍ਰਭੂ। ਮੈਂ ਦਾਦੂਵਾਲ ਜੀ ਤੁਹਾਡੇ ਕੋਲ ਵਾਪਸ ਆਉਣਾ। ਦੇਖੋ, ਇੱਕ ਸਟੇਟਮੈਂਟ ਜਥੇਦਾਰ ਸਾਹਿਬ ਦੀ ਇਹ ਵੀ ਹੈ, ਬਹੁਤ ਤਲਖ ਸਟੇਟਮੈਂਟ ਹੈ ਅਕਾਲੀ ਦਲ ਦੇ ਉੱਤੇ ਵੀ। ਉਹ ਆਪਣੀ ਸਟੇਟਮੈਂਟ ਦੇ ਵਿੱਚ ਕਹਿੰਦੇ ਨੇ ਕਿ ਅਕਾਲੀ ਦਲ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਸੀ, ਅਕਾਲੀ ਦਲ ਸਰਮਾਏਦਾਰਾਂ ਦੀ ਪਾਰਟੀ ਨਹੀਂ ਸੀ। ਮੈਂ ਸੀ ਦੇ ਉੱਤੇ ਇਸ ਕਰਕੇ ਜ਼ੋਰ ਦੇ ਰਿਹਾ, ਇਸ ਦਾ ਮਤਲਬ ਕੀ ਕੱਢਿਆ ਜਾਵੇ? ਮੈਂ ਗਰੇਵਾਲ ਜੀ ਤੋਂ ਉਸ ਦਾ ਰਿਐਕਸ਼ਨ ਲਵਾਂਗਾ, ਪਰ ਉਸ ਤੋਂ ਪਹਿਲਾਂ ਕੁਲਦੀਪ ਜੀ ਸਾਡੇ ਨਾਲ ਨੇ। ਤੁਸੀਂ ਵਾਰ-ਵਾਰ ਅਕਾਲੀ ਦਲ ਦਾ ਜ਼ਿਕਰ ਕਰ ਰਹੇ ਸੀ, ਇਸ ਕਰਕੇ ਮੈਨੂੰ ਇਹ ਜ਼ਿਕਰ ਕਰਨਾ ਪਿਆ। ਕੁਲਦੀਪ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਕੁਲਦੀਪ ਜੀ, ਜਥੇਦਾਰ ਸਾਹਿਬ ਦੀ ਸਟੇਟਮੈਂਟ, ਤੁਸੀਂ ਕੀ ਭਾਵ ਕੱਢਦੇ ਹੋ ਇਹਦੇ ਤੋਂ ਕਿ ਵਾਕਈ ਇਸ ਸਮੇਂ ਸਥਿਤੀ ਸਿੱਖ ਕੌਮ ਦੀ, ਸਿੱਖਾਂ ਦੀ ਜਾਂ ਪੰਜਾਬੀ ਲੋਕਾਂ ਦੀ ਅਜਿਹੀ ਹੋ ਚੁੱਕੀ ਹੈ ਕਿ ਜਿਨ੍ਹਾਂ ਦੇ ਨਾਲ ਵਿਤਕਰਾ ਹੋ ਰਿਹਾ ਹੈ, ਜਿਨ੍ਹਾਂ ਨੂੰ ਬਿਲਕੁਲ ਦੁਤਕਾਰਿਆ ਜਾ ਰਿਹਾ ਹੈ? ਜਥੇਦਾਰ ਸਾਹਿਬ ਦੀ ਸਟੇਟਮੈਂਟ ਤਾਂ ਕੁਝ ਇਸ ਤਰੀਕੇ ਨਾਲ ਹੀ ਸਮਝ ਆਉਂਦੀ। ਦੇਖੋ ਗੌਰਵ ਜੀ, ਗੱਲ ਇਹ ਹੈਗੀ ਆ ਕਿ ਮੈਂ ਅੱਜ ਦੇ ਵਿਸ਼ੇ ਤੇ ਆਵਾਂ, ਉਸ ਤੋਂ ਪਹਿਲਾਂ ਮੈਂ 10 ਸੈਕਿੰਡ ਲੈਣਾ ਚਾਹੁੰਦਾ ਜੀ। ਬਿਲਕੁਲ, ਅੱਜ ਹੈਗਾ ਵਾ ਇੰਟਰਨੈਸ਼ਨਲ ਵੂਮੈਨ ਡੇ। ਬਿਲਕੁਲ, ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਵਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਆ ਕਿ ਸਭ ਤੋਂ ਪਹਿਲਾਂ ਜੇ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਪ੍ਰਾਪਤ ਹੋਇਆ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਬਚਨ ਹੀ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੋਟ ਪਾਉਣ ਦਾ ਹੱਕ ਜਿਹੜਾ ਉਹ ਪ੍ਰਾਪਤ ਹੋਇਆ। ਅੱਜ ਦੇ ਵਿਸ਼ੇ ਦੇ ਉੱਤੇ ਮੈਂ ਆਵਾਂ। ਤੁਸੀਂ ਵੀ ਇਹ ਕਹਿ ਰਹੇ ਵੀ ਜਥੇਦਾਰ ਸਾਹਿਬ ਨੂੰ ਇਹ ਸਟੇਟਮੈਂਟ ਕਿਉਂ ਦੇਣੀ ਪੈ ਗਈ? ਇਹਦੀ ਮਤਲਬ ਜੇ ਆਪਾਂ ਕਹੀਏ ਵੀ ਜ਼ਮੀਨ ਕੀ ਆ, ਜਿੱਥੋਂ ਤੱਕ ਜ਼ਮੀਨ ਦੀ ਗੱਲ ਆ, ਵੇਖੋ ਤੁਸੀਂ ਸਾਰੀ ਦੁਨੀਆ ਦੀ ਤਵਾਰੀਖ ਜਾਂ ਦੁਨੀਆ ਦਾ ਕਿਤੇ ਇਤਿਹਾਸ ਪੜ੍ਹ ਲਓ ਜੀ, ਕਿਤੇ ਵੀ ਇਹ ਹੈਗਾ ਵਾ ਕਿ ਇੱਕ ਸੂਬਾ ਜਿਹੜਾ ਸਦੀਆਂ ਤੋਂ ਇਸ ਦੁਨੀਆ ਦੇ ਉੱਤੇ ਹੋਵੇ, ਉਹਦੀ ਇੱਕ ਵੱਖਰੀ ਹੋਂਦ ਹੋਵੇ, ਉਹ ਜਦੋਂ ਉਹਦੇ ਵਿੱਚੋਂ ਇੱਕ ਸਟੇਟ ਅਲੱਗ ਕੀਤੀ ਜਾਵੇ ਤੇ ਇੱਕ ਸੂਬੇ ਦੇ ਪਿੰਡਾਂ ਨੂੰ ਉਜਾੜ ਕੇ ਹੀ ਰਾਜਧਾਨੀ ਬਣਾਵੇ ਤੇ ਪੰਜਾਬ ਨੂੰ ਮਿਲੇ ਨਾ। ਨੰਬਰ 1 ਜੀ, ਮਹਾਰਾਸ਼ਟਰ ਦੇ ਵਿੱਚ ਮੁੰਬਈ ਨੂੰ ਲੈ ਕੇ ਗੁਜਰਾਤੀਆਂ ਦਾ ਤੇ ਬੰਬੇ ਜਿਹੜੇ ਮਰਾਠੇ ਵੀਰ ਹੀ ਸਾਡੇ, ਉਹਨਾਂ ਦਾ ਝਗੜਾ ਚੱਲਿਆ। ਅਖੀਰ ਜਿਹੜਾ ਫੈਸਲਾ ਸੀ ਉਹ ਮਹਾਰਾਸ਼ਟਰ ਦੇ ਹੱਕ ਦੇ ਵਿੱਚ ਹੀ ਹੋਇਆ, ਕਿਉਂਕਿ ਮੁੰਬਾ ਦੇਵੀ ਜਿਹੜਾ ਮੰਦਿਰ ਆ ਉਹ ਉੱਥੇ ਹੀ ਤੇ ਉਹਦੇ ਤੇ ਮਰਾਠੇ ਵੀਰਾਂ ਦਾ ਹੱਕ ਹੈਗਾ ਸੀ, ਉੱਥੇ ਵੀ ਉਹਨਾਂ ਨੂੰ ਹੱਕ ਦੇ ਦਿੱਤਾ ਗਿਆ। ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਤੇ ਪੰਜਾਬ ਦੇ ਵਿੱਚ ਸਿੱਖਾਂ ਦੀ ਗੱਲ ਆਉਂਦੀ ਆ, ਜਦੋਂ ਇਹਨਾਂ ਨੂੰ ਹੱਕ ਦੇਣ ਦੀ ਗੱਲ ਆਉਂਦੀ ਆ ਤੇ ਜਿਹੜਾ ਕੇਂਦਰ ਆ, ਕੇਂਦਰ ਦੇ ਵਿੱਚ ਭਾਵੇਂ ਬੀਜੇਪੀ ਹੋਵੇ ਭਾਵੇਂ ਕਾਂਗਰਸ ਹੋਵੇ, ਇਹ ਕਦੀ ਵੀ ਸਿੱਖਾਂ ਦੇ ਪ੍ਰਤੀ ਸੰਵੇਦਨਸ਼ੀਲ ਨਹੀਂ ਹੋਈ ਕਿ ਸਿੱਖ ਜਿਹੜੇ ਆ ਇਹ ਵਾਰ-ਵਾਰ ਕਿਉਂ ਗੱਲ ਕਹਿੰਦੇ। ਇਹ ਗੱਲ ਅੱਜ ਹੀ ਥੋੜਾ ਜਥੇਦਾਰ ਸਾਹਿਬ ਨੇ ਕਹੀ ਆ, ਇਹਦੇ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਇਹ ਗੱਲ ਉੱਠੀ ਆ ਤੇ ਇਹ ਜੇ
ਸਾਡੇ ਪ੍ਰਤੀ ਇਸੇ ਤਰ੍ਹਾਂ ਇਹਨਾਂ ਨੇ ਆਪਣਾ ਵਤੀਰਾ ਰੱਖਿਆ ਤੇ ਉੱਠਦੀ ਹੀ ਰਹੂਗੀ, ਕਿਉਂਕਿ ਕਿਹੜਾ ਵਤੀਰਾ ਸਰ ਸਮਝਾਓ ਨਾ, ਪੰਜਾਬ ਦੇ ਲੋਕ ਇਸ ਸਮੇਂ ਸੁਣ ਰਹੇ, ਕਿਹੜਾ ਵਤੀਰਾ ਤੁਹਾਨੂੰ ਲੱਗਦਾ ਕਿ ਜਿਸ ਦੀ ਵਜ੍ਹਾ ਦੇ ਨਾਲ ਆਪਾਂ ਇਹ ਗੱਲ ਸੋਚ ਰਹੇ ਹਾਂ ਜਾਂ ਕਹਿ ਰਹੇ ਹਾਂ ਕਿ ਪਾਰਲੀਮੈਂਟ ਦੇ ਟੁਕੜੇ ਹੋ ਜਾਣ, ਪੰਜਾਬੀ ਸਮਝਣਾ ਚਾਹੁੰਦੇ ਨੇ? ਹਾਂਜੀ, ਇਹੋ ਤੇ ਮੈਂ ਕਹਿ ਰਿਹਾ ਨਾ ਜੀ, ਪੰਜਾਬ ਆ, ਪੰਜਾਬ ਦੇ ਅੰਦਰ ਪੰਜਾਬੀ ਸਾਡੀ ਮਾਂ ਬੋਲੀ ਆ ਜੀ। ਇੱਥੇ ਨਰਸਰੀ LKG KG ਹੈ, ਇਹ ਕਿੱਡੀ ਹੱਦ ਵਾ ਕਿ ਉੱਥੇ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਉੱਥੇ ਹੋਰ ਭਾਸ਼ਾਵਾਂ ਜਿਹੜੀਆਂ ਸਾਡੇ ਤੇ ਲਾਗੂ ਕੀਤੀਆਂ ਜਾ ਰਹੀਆਂ। ਜੇ ਕੋਈ ਸਿੱਖ ਆਵਾਜ਼ ਉਠਾਉਂਦਾ ਉਹਨੂੰ ਵੱਖਵਾਦੀ ਤੇ ਉਹਨੂੰ ਕੱਟੜਪੰਥੀ ਕਿਹਾ ਜਾਂਦਾ, ਅਜੇ ਕਿ ਸਾਰੀਆਂ ਬੋਲੀਆਂ ਚੰਗੀਆਂ ਹੁੰਦੀਆਂ। ਚੰਡੀਗੜ੍ਹ ਸਾਥੋਂ ਖੋਲਿਆ ਗਿਆ, ਉੱਥੇ ਹੁਣ ਆਪਾਂ ਸਾਰੇ ਜਾਣਦੇ ਹਾਂ ਵੀ ਕੀ ਕੁਝ ਚੱਲ ਰਿਹਾ। ਇਹਦੇ ਤੋਂ ਇਲਾਵਾ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੀ ਦਾਦੂਵਾਲ ਸਾਹਿਬ ਹੁਣੇ ਜੁੜੇ ਹੋਏ ਜੀ, ਇਹ ਜਿਹੜੀ ਮਿੰਨੀ ਪਾਰਲੀਮੈਂਟ ਆ ਸਿੱਖਾਂ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਦੀ ਹੋਂਦ ਜਿਹੜੀ ਆ 1947 ਤੋਂ ਪਹਿਲਾਂ ਦੀ ਆ। ਇਹ ਸੈਂਟਰ ਦੇ ਐਕਟ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ। ਇੱਕ ਸਟੇਟ ਨੇ ਐਕਟ ਬਣਾਤਾ ਤੇ ਸਟੇਟ ਦੇ ਐਕਟ ਦੇ ਆਧਾਰ ਦੇ ਉੱਤੇ ਬਾਅਦ ਵਿੱਚ ਸੁਪਰੀਮ ਕੋਰਟ ਦੀ ਜੱਜਮੈਂਟ ਨੂੰ ਆਧਾਰ ਬਣਾ ਕੇ ਹਰਿਆਣਾ ਕਮੇਟੀ ਜਿਹੜੀ ਅਲੱਗ ਕਰ ਦਿੱਤੀ ਗਈ। ਚਲੋ ਮੈਂ ਕਹਿੰਦਾ ਵੀ ਜਿਵੇਂ ਕਹਿ ਰਿਹਾ ਵੀ ਕਰਤੀ, ਤੇ ਮੈਂ ਦਾਦੂਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਦਾਦੂਵਾਲ ਸਾਹਿਬ ਫੇਰ ਉਹ ਮਸ਼ੀਨਾਂ ਲੈ ਕੇ ਤੇ ਗੋਲਕਾ ਵੱਢਣ ਦੀ ਆਪਾਂ ਨੂੰ ਕਿਹੜੀ ਲੋੜ ਪੈ ਗਈ ਸੀ? ਤੋ ਸਿੱਖ ਜਿਹੜੇ ਆ ਨਾ, ਵੇਖੋ ਬੀਜੇਪੀ ਨੂੰ ਇਹਦਾ ਫਾਇਦਾ ਨਹੀਂ ਹੋਣ ਵਾਲਾ। ਸਿੱਖ ਜਿੰਨੇ ਵੀ ਦੁਨੀਆ ਭਰ ਦੇ ਸਿੱਖ ਆ ਇਸ ਗੱਲ ਤੋਂ ਬੀਜੇਪੀ ਜਾਂ ਇਹੋ ਜਿਹੀਆਂ ਤਾਕਤਾਂ ਦੇ ਖਿਲਾਫ ਆ, ਕਿਉਂਕਿ ਸਿੱਖ ਇਹ ਮਹਿਸੂਸ ਕਰ ਰਿਹਾ ਕਿ ਸਾਡੀ ਜਿਹੜੀ ਤਾਕਤ ਆ ਉਹਨੂੰ ਤੋੜਿਆ ਜਾ ਰਿਹਾ, ਉਹਨੂੰ ਘਟਾਇਆ ਜਾ ਰਿਹਾ। ਜਿਹੜਾ ਵਿਤਕਰਾ ਵਾ ਸਿੱਖਾਂ ਦੇ ਨਾਲ ਉਹ ਬਿਲਕੁਲ ਸਾਹਮਣੇ ਹੀ ਆ। ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੇ ਦੂਜੇ ਕੈਦੀ ਉਹ ਛੱਡੇ ਜਾ ਰਹੇ ਆ, ਜਿਹੜੇ ਸਿੱਖ ਕੈਦੀ ਉਹ ਛੱਡੇ ਨਹੀਂ ਜਾ ਰਹੇ, ਵਿਤਕਰਾ ਨਹੀਂ। ਇਸ ਕਰਕੇ ਦਾਦੂਵਾਲ ਸਾਹਿਬ ਤੇ ਜਿਹੜਾ ਜਥੇਦਾਰ ਸਾਹਿਬ ਦਾ ਬਿਆਨ ਆ ਉਹ ਇਹਦੇ ਵਿੱਚੋਂ ਨਿਕਲਿਆ, ਕਿਉਂਕਿ ਧੱਕਾ ਜਿਹੜਾ ਹੋ ਰਿਹਾ ਵਾ ਤੇ ਇਹ ਜਥੇਦਾਰ ਸਾਹਿਬ ਨਹੀਂ ਬੋਲਣਗੇ ਤੇ ਕੌਣ ਬੋਲੂਗਾ? ਤੋ ਜਥੇਦਾਰ ਸਾਹਿਬ ਦੀ ਜਿਹੜੀ ਸਟੇਟਮੈਂਟ ਆ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਆ। ਦਾਦੂਵਾਲ ਸਾਹਿਬ ਕਹਿ ਰਹੀ ਹੈ ਮਹਾਂਪੁਰਸ਼ ਨਹੀਂ, ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ। ਦਾਦੂਵਾਲ ਸਾਹਿਬ ਗੁਰਬਾਣੀ ਦੇ ਵਿੱਚ ਲਿਖਿਆ, ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮਸਾ ਅਗਨ ਮੈਂ ਸਾੜੀ। ਇਹ ਕੋਈ ਬਦ ਦੁਆ ਨਹੀਂ, ਪਰ ਇਹ ਦੁਨੀਆ ਦੀ ਹਕੀਕਤ ਵੀ ਹੈਗੀ। ਜਦੋਂ ਤੁਸੀਂ ਕਿਸੇ ਨਾਲ ਧੱਕਾ ਕਰੀ ਜਾਓਗੇ, ਸੈਂਟਰ ਉਹਦੀ ਗੱਲ ਹੀ ਨਹੀਂ ਸੁਣਨਾ। ਮੇਰਾ ਛੋਟਾ ਜਿਹਾ ਸਵਾਲ ਹੈ, ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਕਿ ਹਰਿਆਣਾ ਦੇ ਸਿੱਖ ਨਹੀਂ ਸਮਝ ਪਾ ਰਹੇ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਹਰਿਆਣਾ ਦੇ ਸਿੱਖਾਂ ਨੇ ਬਣਵਾ ਲਈ ਨਾ ਅਲੱਗ HGMC? ਮੈਂ ਕਹਿੰਦਾ ਜੀ ਹਰਿਆਣਾ ਦੇ ਸਿੱਖਾਂ ਨੇ ਤੇ ਤਾਂ ਬਣਾਈ ਹੁੰਦੀ ਜੇ ਉੱਥੇ ਪਹਿਲਾਂ ਇਲੈਕਸ਼ਨ ਕਰਾਉਣ। ਇਹ ਜਿਹੜੀ ਅਡਹਾਕ ਕਮੇਟੀ ਆ, ਇਹ ਤੇ ਸਰਕਾਰ ਨੇ ਨਿਯਤ ਕੀਤੀ ਆ। ਦਾਦੂਵਾਲ ਸਾਹਿਬ ਹੀ ਥੋੜੇ ਦਿਨ ਪਹਿਲਾਂ ਜਿਹੜਾ ਪ੍ਰਧਾਨ ਬਣਿਆ, ਜੇ ਇਲੈਕਸ਼ਨ ਹੋ ਜਾਣ ਹਰਿਆਣਾ ਦੇ ਵਿੱਚ ਫੇਰ ਟੁਕੜੇ ਨਹੀਂ ਹੋਏ SGPC ਦੇ? ਦੇਖੋ ਜੀ, ਇਹਦਾ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਹੋਣਾ ਚਾਹੀਦਾ ਸੀ ਕਿ ਇਹ ਕਮੇਟੀ ਬਣਨੀ ਆ ਕਿ ਨਹੀਂ ਬਣਨੀ। ਸਾਡਾ ਸਰਵਉੱਚ ਸ਼੍ਰੀ ਅਕਾਲ ਤਖਤ ਸਾਹਿਬ ਆ, ਹੋਰ ਕੁਝ ਨਹੀਂ ਆ। ਦਾਦੂਵਾਲ ਜੀ ਇੱਕ ਛੋਟੀ ਜਿਹੀ ਸਟੇਟਮੈਂਟ। ਕੁਲਦੀਪ ਢਾਲੀਵਾਲ ਜੀ, ਮੈਂ ਤੁਹਾਡੇ ਕੋਲ ਆਉਣਾ। ਦਾਦੂਵਾਲ ਸਾਹਿਬ, ਮੈਂ ਸਿਰਫ ਇਹਦੇ ਤੇ ਇੱਕ ਗੱਲ ਕਹਿਣੀ ਚਾਹੁੰਦਾ। ਮੇਰੇ ਵੀਰ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਜੀ, ਅਸੀਂ ਤਾਂ ਸਿਰਫ ਜਦੋਂ ਪ੍ਰਬੰਧ ਚੇਂਜ ਹੋ ਗਿਆ, ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਜਿਹਦੇ ਚ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਗਈ ਜੀ, 4 ਮਹੀਨੇ ਫੇਰ ਡੀਕਿਆ, ਉਹ ਰਿਵਿਊ ਪਟੀਸ਼ਨ ਤੇ ਗਈ, ਫੇਰ ਡੀਕਿਆ, ਫੇਰ ਅਪੀਲਾਂ ਕੀਤੀਆਂ, ਜਦੋਂ ਪ੍ਰਬੰਧ ਦੇਣ ਆਏ ਨਹੀਂ। ਅਸੀਂ ਤਾਂ ਇਕੱਲੇ ਤਾਲੇ ਬਦਲਿਆ, ਜਦੋਂ ਸ਼੍ਰੋਮਣੀ ਕਮੇਟੀ ਨੇ ਪ੍ਰਬੰਧ ਲਏ ਇਹਨਾਂ ਨੇ ਤਾਂ ਬੰਦੇ ਮਾਰੇ ਆ। ਅਸੀਂ ਕੋਈ ਬੰਦੇ ਨੂੰ ਚਪੇੜ ਤੱਕ ਨਹੀਂ ਮਾਰੀ। ਅਸੀਂ ਤਾਂ ਪ੍ਰੇਮ ਭਾਵ ਦੇ ਨਾਲ ਅਸੀਂ ਤਾਂ ਪ੍ਰਬੰਧ ਚੇਂਜ ਕੀਤਾ ਵਾ, ਅਸੀਂ ਕੋਈ ਬੰਦੇ ਨਹੀਂ ਮਾਰੇ। ਜਿਹੜੀ ਪਾਰਲੀਮੈਂਟ ਦੀ ਇਹ ਗੱਲ ਕਰ ਰਹੇ ਆ, ਹੁਣ ਮੈਨੂੰ ਦੱਸੋ, ਅਸੀਂ ਵੀ ਸਤਿਕਾਰ ਕਰਦੇ ਪਰ ਗੱਲ ਪਾਰਲੀਮੈਂਟ ਦੀ, ਮਿੰਨੀ ਪਾਰਲੀਮੈਂਟ ਜੀ, ਜਦੋਂ 84 ਦਾ ਕਤਲੇਆਮ ਹੋਇਆ, ਵਿਧਵਾ ਕਲੋਨੀ ਵਸਤੀ ਆ ਦਿੱਲੀ ਦੇ ਵਿੱਚ, ਸਾਡੀ ਮਿੰਨੀ ਪਾਰਲੀਮੈਂਟ 'ਚ ਬਹਿ ਕੇ ਕਦੇ ਕੋਈ ਉਹਨਾਂ ਦੀ ਚਰਚਾ ਹੋਈ? ਸਾਡੀ ਆ ਪਾਰਲੀਮੈਂਟ ਨੇ ਆ ਸੌਦਾ ਸਾਧ ਨੂੰ ਜਦੋਂ ਕੌਮ ਦਾ ਘਾਣ ਕੀਤਾ, ਖਲਵਾੜ ਕੀਤੀ, ਉਹਨੂੰ ਮਾਫੀਨਾਮਾ ਦੇਣ ਵਾਸਤੇ ਤੇ ਉਹਦੇ ਜਿਹੜਾ ਮਾਫੀਨਾਮਾ ਹੋਇਆ ਸੀ ਉਹਦੇ ਲਈ 90-95 ਲੱਖ ਦੇ ਇਸ਼ਤਿਹਾਰ ਦੇ ਦਿੱਤੇ, ਜਿਹੜੇ ਅੱਜ ਵੀ ਸਾਡੀ ਮਿੰਨੀ ਪਾਰਲੀਮੈਂਟ ਦੀ ਐਗਜ਼ੈਕਟਿਵ ਦੇ ਮਤੇ 'ਚ ਪਏ ਹੋਏ, ਅਜੇ ਤੱਕ ਮਤਾ ਰੱਦ ਨਹੀਂ ਕੀਤਾ। ਕਿ ਸਿੱਖਾਂ ਦੀ ਪਾਰਲੀਮੈਂਟ ਸੌਦਾ ਸਾਧ ਨੂੰ ਮਾਫੀਨਾਮਾ ਜਾਰੀ ਕਰਦੀ ਆ? ਉਹ ਸਿੱਖਾਂ ਦੀ ਬਾਂਹ ਫੜਨ ਦੀ ਬਜਾਏ ਅੱਜ ਸੱਤਾ 'ਚ ਨਹੀਂ ਆ, ਜਿਹੜੇ ਪਰਿਵਾਰ ਦਾ ਪ੍ਰਬੰਧ ਆ, ਤੇ ਅੱਜ ਕੁਝ ਪੰਥਕ ਗੱਲਾਂ ਚੇਤੇ ਆ ਗਈਆਂ। ਜਦੋਂ ਸੱਤਾ ਦੇ ਵਿੱਚ ਸੀ, ਸਾਨੂੰ ਪ੍ਰਚਾਰ ਕਰਦਿਆਂ ਨੂੰ ਫੜ ਕੇ ਜੇਲ੍ਹਾਂ 'ਚ ਡੱਕਦੇ ਰਹੇ, ਉਦੋਂ ਤਾਂ ਇਹਨਾਂ ਨੂੰ ਯਾ ਮੈਂ ਕੱਲ ਕਿਤਾਬ ਪੜ੍ਹ ਤੇ ਹਮਲਾ, ਉਹਦੇ 'ਚ ਚਿੱਠੀ ਛਪੀ ਹੋਈ ਪੂਰੀ, ਮੈਂ ਸਾਰੀ ਬਾਦਲ ਪਰਿਵਾਰ ਦੀ ਪੜ੍ਹੀ ਆ, ਕਿ ਜਿਹੜੀ ਬਾਦਲ ਸਰਕਾਰ ਨੇ ਲਿਖਿਆ ਕਿ ਭਾਈ ਕਰਮਜੀਤ ਸਿੰਘ ਸੁਨਾਮ ਨੂੰ ਦਿੱਲੀਓਂ ਪੰਜਾਬ ਸ਼ਿਫਟ ਨਾ ਕੀਤਾ ਜਾਏ, ਖਤਰਾ ਹੋ ਜਾਊਗਾ ਇੱਥੇ ਅਮਨ ਸ਼ਾਂਤੀ ਨੂੰ। ਕੱਲ ਤੱਕ ਤੁਸੀਂ ਕਹਿੰਦੇ ਸੀ ਬੰਦੀ ਪੰਜਾਬ ਸ਼ਿਫਟ ਨਾ ਕਰੋ, ਖਤਰਾ ਹੋ ਜੂ। ਅੱਜ ਤੁਸੀਂ ਖੁਦ ਸਾਈਨ ਕਰਨ ਲੱਗੇ, ਕਿਉਂਕਿ ਅੱਜ ਕੁਰਸੀ ਨਹੀਂ ਆ, ਸੱਤਾ ਨਹੀਂ ਆ। ਸੱਤਾ ਵਿੱਚ ਰਹਿੰਦਿਆਂ ਤੁਹਾਨੂੰ ਇਹ ਪੰਥ ਯਾਦ। ਪਰ ਦਾਦੂਵਾਲ ਜੀ, ਤੁਸੀਂ ਪੂਰਾ ਸੈਂਟਰਿਕ ਕਰ ਰਹੇ ਹੋ ਇਸ ਪੂਰੇ ਮਾਮਲੇ ਨੂੰ ਬਾਦਲ ਪਰਿਵਾਰ ਦੇ ਨਾਲ।
ਜਾਂ ਨਹੀਂ, ਬਾਦਲ ਜਦੋਂ ਸੱਤਾ ਦੇ ਵਿੱਚ ਸੀ ਉਸ ਵੀ- ਸਮੇਂ ਦੇ ਨਾਲ? ਨਹੀਂ, ਮੈਂ ਤੁਹਾਨੂੰ ਉਹਦੇ ਨਾਲ ਲੱਗਦਾ ਹੈ ਵੀ ਕਿ ਕਰ ਜੇ ਰਿਹਾ, ਵੱਖਰੀ ਕਮੇਟੀ ਦੀ ਜ਼ਰੂਰਤ ਪਈ ਤਾਂ ਸਿਰਫ ਉਹੀ ਇੱਕ ਇਨਸੀਡੈਂਟ ਸੀਗਾ, ਉਸ ਦੀ ਵਜ੍ਹਾ ਨਾਲ ਵੱਖਰੀ ਕਮੇਟੀ ਹੋ ਗਈ? ਜ਼ਿਕਰ ਕਰ ਰਿਹਾ ਕਿ ਜਦੋਂ ਕੌਮ ਨੂੰ ਪੰਥ ਨੂੰ ਲੋੜ ਪਈ, ਸੌਦਾ ਸਾਹਿਬ ਦੇ ਖਿਲਾਫ ਪੂਰਾ ਪੰਥ ਸੜਕਾਂ ਤੇ ਸੀਗਾ, ਇਹ ਉਹਨੂੰ ਮਾਫੀਨਾਮਾ ਦਵਾ ਰਹੀ ਸੀ, ਪਾਰਲੀਮੈਂਟ ਨੇ ਮਤਾ ਪਾ ਕੇ 90-95 ਲੱਖ ਦੇ ਇਸ਼ਤਿਹਾਰ ਦੇ ਦਿੱਤੇ। ਠੀਕ ਹੈ ਕੁਲਦੀਪ ਜੀ, ਵਿਧਵਾਵਾਂ ਦੀ ਕਲੋਨੀ ਵਸੀ ਆ, ਦੱਸੋ ਉਹਦੇ ਦਾਦੂਵਾਲ ਵਾਸਤੇ ਮੈਂ ਤਾਂ ਫਿਰ ਵੀ ਉਹੀ ਸਵਾਲ ਤੇ ਖੜਾ ਕਿ ਇਸ ਦੇ ਨਾਲ ਕੀ ਜਸਟੀਫਾਈ ਹੁੰਦਾ ਹੈ ਕਿ ਵੱਖਰੀ ਕਮੇਟੀ ਦੀ ਜ਼ਰੂਰਤ ਸੀ? ਨਹੀਂ, ਵੱਖਰੀ ਕਮੇਟੀ ਦਾ ਪ੍ਰਬੰਧ ਆ। ਮੈਂ ਤਾਂ ਕਹਿਣਾ ਚਾਹੁੰਦਾ, ਬੇਨਤੀ ਮੈਂ ਕਰਦਾ ਕਿ ਪ੍ਰਬੰਧ ਹਰਿਆਣੇ ਦੇ ਸਿੱਖ ਚਾਹੁੰਦੇ ਸੀ ਅਸੀਂ ਲੋਕਲ ਪ੍ਰਬੰਧ ਚੰਗਾ ਕਰ ਲਈਏ। ਜੀ। ਕੱਲ ਹੋਲਾ ਮਹੱਲਾ ਮਨਾਇਆ ਅਸੀਂ, ਉੱਥੇ ਏਡੇ ਵਧੀਆ ਪ੍ਰਬੰਧ ਕਰ ਦਿੱਤੇ ਆ ਜਿੱਥੇ ਇੰਨਾ ਸੰਗਤਾਂ ਦੀ ਆਵਾਜਾਈ ਸੀ, ਪਰ ਪ੍ਰਬੰਧ ਚੰਗਾ ਨਹੀਂ ਸੀ। ਲੋਕਲ ਕਮੇਟੀ ਪ੍ਰਬੰਧ ਕਰ ਰਹੀ ਹੈ ਐਸਜੀਪੀਸੀ ਦੇ ਅੰਦਰ, ਤੇ ਉੱਥੇ ਪ੍ਰਬੰਧ ਹੀ ਕੁਛ ਨਹੀਂ ਸੀਗਾ। ਜਦੋਂ ਸਾਡੇ ਇੱਥੇ ਪ੍ਰਚਾਰ ਨਹੀਂ, ਪ੍ਰਸਾਰ ਨਹੀਂ, ਪ੍ਰਬੰਧ ਚੰਗਾ ਨਹੀਂ ਕੀਤਾ, ਹਰਿਆਣੇ ਦੇ ਸਿੱਖਾਂ ਨੇ ਕਿਹਾ ਵੀ ਅਸੀਂ ਪ੍ਰਬੰਧ ਚੰਗਾ ਕਰ ਲਈਏ ਆਪ, ਤਾਂ ਉਹਦੇ ਵਾਸਤੇ ਕਮੇਟੀ ਬਣ ਗਈ। ਏਡੇ ਹਾਲ ਪਾਰਿਆ ਕਰਨ ਦੀ ਉਹਦੇ ਵਿੱਚ ਗੱਲ ਕੀ ਹੈ? ਮੈਂ ਸਮਝਦਾ ਇਹ ਤਾਂ ਐਵੇਂ ਸਾਨੂੰ ਧੱਕ ਕੇ ਦੂਰ ਕਰਨ ਵਾਲੀ ਗੱਲ ਆ। ਸਾਨੂੰ ਤਾਂ ਕਲਾਵੇ ਚ ਲੈਣਾ ਚਾਹੀਦਾ। ਠੀਕ ਹੈ ਕੁਲਦੀਪ ਜੀ, ਛੋਟੀ ਸਟੇਟਮੈਂਟ। ਮੈਂ ਧਾਲੀਵਾਲ ਸਾਹਿਬ ਆਣਾ ਤੁਹਾਡੇ ਕੋਲ। ਦੇਖੋ ਜੀ, ਮੈਂ ਦਾਦੂਵਾਲ ਸਾਹਿਬ ਨਹੀਂ, ਮੈਂ ਇੱਕ ਹੋਰ ਸਵਾਲ ਐਡ ਕਰ ਦਵਾਂ। ਹਾਂਜੀ। ਦੇਖੋ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਜੋ ਪਿਛਲੇ ਸਮੇਂ ਦੇ ਵਿੱਚ ਹੋਇਆ, ਉਹ 84 ਤੋਂ ਲੈ ਕੇ ਜਾਂ ਪਿਛਲੇ 50 ਸਾਲ ਦਾ ਵੀ ਜ਼ਿਕਰ ਹੁੰਦਾ, ਅਜਿਹੀ ਸਟੇਟਮੈਂਟ ਨਹੀਂ ਆਉਂਦੀ ਨਾ। ਇਸ ਕਰਕੇ ਸਵਾਲ ਉੱਠ ਰਹੇ ਨੇ ਕਿ ਜੇਕਰ ਅੱਜ ਤੋਂ ਸਾਲ ਪਹਿਲਾਂ, 2 ਸਾਲ ਪਹਿਲਾਂ ਵੀ ਕੋਈ ਚੀਜ਼ਾਂ ਹੋਈਆਂ ਤਾਂ ਮੌਜੂਦਾ ਸਮੇਂ ਦੇ ਵਿੱਚ ਆ ਕੇ ਜਦੋਂ ਐਸਜੀਪੀਸੀ ਤੇ ਐਚਐਸਜੀਐਮਸੀ ਅਲੱਗ ਹੋਏ ਤਾਂ ਉਸ ਸਮੇਂ ਇਹ ਸਟੇਟਮੈਂਟ ਦੇਣ ਦੀ ਜ਼ਰੂਰਤ ਕਿਉਂ ਪਈ? ਦੇਖੋ ਜੀ, ਜੇ ਤੁਸੀਂ ਬੈਕ ਕਿਤੇ ਜਾਓਗੇ ਨਾ ਜੀ, ਤੇ ਇਹਦੇ ਤੋਂ ਸਖਤ ਵੀ ਜਿਹੜੇ ਸਾਡੇ ਜਥੇਦਾਰ ਸਾਹਿਬ ਰਹੇ ਆ, ਉਹਨਾਂ ਦੀਆਂ ਸੈਂਟਰ ਦੇ ਪ੍ਰਤੀ ਸਟੇਟਮੈਂਟਾਂ ਆਉਂਦੀਆਂ ਰਹੀਆਂ। ਜਿਵੇਂ ਕਿ ਦੱਸ ਦੋ, ਆਪਾਂ ਕੰਪੇਅਰ ਕਰ ਲਈਏ, ਜੇ ਤੁਹਾਡੇ ਚੇਤੇ ਹੈ ਕੋਈ ਅਜਿਹੀ ਸਟੇਟਮੈਂਟ? ਜਦੋਂ ਪਾਰਲੀਮੈਂਟ ਦੇ ਟੁਕੜੇ ਹੋ ਜਾਣਗੇ, ਬਦਦੁਆ, ਅਜਿਹੀ ਸਟੇਟਮੈਂਟ ਕੋਈ? ਦੇਖੋ ਜੀ, ਇਹ ਤੇ ਜਿਹੜੀ ਗੱਲ ਆ ਨਾ ਵੀ ਪਾਰਲੀਮੈਂਟ ਦੇ ਟੁਕੜੇ ਹੋ ਜਾਣਗੇ, ਜਦੋਂ ਤੁਸੀਂ ਇੱਕ ਕੌਮ ਦੇ ਨਾਲ ਧੱਕਾ ਕਰੀ, ਗੱਲ ਕੱਲੀ ਹਰਿਆਣਾ ਕਮੇਟੀ ਦੀ ਵੀ ਨਹੀਂ ਨਾ ਹੈਗੀ, ਗੱਲ ਤੇ ਆਲ ਆ ਕਿ ਸਿੱਖਾਂ ਦੇ ਨਾਲ ਜਿਹੜਾ ਜਥੇਦਾਰ ਦਾਦੂਵਾਲ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਅੱਜ ਕੀ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਧੱਕਾ ਨਹੀਂ ਹੋ ਰਿਹਾ? ਨਹੀਂ ਹੋ ਰਿਹਾ ਤੇ ਤਾਂ ਦੱਸੋ। ਬੀਜੇਪੀ ਤਾਂ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਤਾਂ ਕੁਲਦੀਪ ਸਿੰਘ ਜੀ, ਕਿੰਨੇ ਬੰਦੀ ਸਿੰਘ ਰਿਹਾ ਕਰਦੇ ਆ, ਦਿਆਲ ਸਿੰਘ ਲਾਹੌਰੀਆ ਰਿਹਾ ਹੋ ਗਿਆ, ਭਾਈ ਸੁਦੇਵ ਸਿੰਘ ਰਿਹਾ ਹੋ ਗਿਆ, ਜੇਲ੍ਹ ਤਬਦੀਲੀਆਂ ਹੋ ਗਈਆਂ, ਰਹਿੰਦਿਆਂ ਦਾ ਸੰਘਰਸ਼ ਚੱਲ ਰਿਹਾ, ਉਹ ਵੀ ਆਪਾਂ ਕਰਾਉਣਾ ਚਾਹੁੰਦੇ ਆ। ਤੁਸੀਂ ਸਰਕਾਰ ਦੇ ਇੰਨਾ ਨੇੜੇ ਹੋ ਤੇ ਜਿਹੜਾ ਮੋਰਚਾ ਵੀ ਲੱਗਾ ਆ ਤੇ ਬਾਕੀ ਵੀ ਕਢਾ ਦਿਓ। ਤੁਸੀਂ ਹੁਣੇ ਕਹਿ ਰਹੇ ਸੀ ਦਾਦੂਵਾਲ ਸਾਹਿਬ, ਮੇਰੀ ਗੱਲ ਸੁਣੋ, ਤੁਸੀਂ ਹੁਣੇ ਕਹਿ ਰਹੇ ਸੀ ਕਿ ਬਾਦਲਾਂ ਨੇ ਮਾਫੀਨਾਮਾ ਦਿੱਤਾ ਸਾਧ ਨੂੰ, ਉਦੋਂ ਕੋਈ ਨਹੀਂ ਬੋਲਿਆ, ਤੇ ਜਿਹਦੇ ਨੇੜੇ ਤੁਸੀਂ ਉਹ ਮੁੱਖ ਮੰਤਰੀ ਖੱਟਰ ਸਾਹਿਬ, ਉਹ ਮੁੱਖ ਮੰਤਰੀ ਖੱਟਰ ਸਾਹਿਬ ਰੋਜ਼ ਹੀ ਜ਼ਮਾਨਤ ਦੇ ਰਿਹਾ ਹੈ ਸੌਦਾ ਸਾਧ ਨੂੰ, ਤੇ ਉਹ ਠੀਕ ਆ ਜੇ ਤੁਹਾਡੇ ਲਈ ਕੋਈ ਕਰੇ ਤੇ ਠੀਕ ਆ, ਜੇ ਦੂਜੇ ਪਾਸੇ ਇੱਕ ਇੱਕ ਕਰਕੇ ਪਲੀਜ਼। ਅਸੀਂ ਵਿਰੋਧ ਕੀਤਾ, ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਲਿਖਤੀ ਮਤਾ ਪਾ ਕੇ ਐਗਜ਼ੈਕਟਿਵ ਚ ਦਿੱਤਾ। ਤੁਸੀਂ ਡੇਰਾ ਸਿੰਘ ਸਾਹਿਬ ਉਹਦੇ ਖਿਲਾਫ ਪ੍ਰੋਗਰਾਮ ਕੀ ਦਿੱਤਾ ਨਾ, ਕਹਿੰਦੇ ਪਰੋਲ ਦੇਣ ਤੇ ਅਸੀਂ ਵਿਰੋਧ ਕੀਤਾ ਸੀ, ਸੀਐਮ ਨੂੰ ਲਿਖਤੀ ਤੌਰ ਦੇ ਉੱਤੇ ਜਿਹੜਾ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ, ਸਭ ਤੋਂ ਵੱਧ ਉਹਨੂੰ ਲਾਗੂ ਕਰਾਉਣ ਲਈ ਮੁਕੱਦਮੇ ਕੁਲਦੀਪ ਸਿੰਘ ਜੀ ਵੱਧ ਤੋਂ ਵੱਧ। ਦਾਦੂਵਾਲ ਸਾਹਿਬ ਜਦੋਂ ਤੁਸੀਂ ਬਰਗਾੜੀ 'ਚ ਮੋਰਚਾ ਲਾਇਆ ਸੀ ਨਾ, ਤੇ ਸਾਡੇ ਵਰਗੇ ਬੰਦੇ ਹੀ ਤੁਹਾਡੇ ਪੱਖ ਦੇ ਵਿੱਚ ਇਹਨਾਂ ਹੀ ਚੈਨਲਾਂ ਤੇ ਆਣ ਕੇ ਬੋਲਦੇ ਰਹੇ, ਜਦੋਂ ਹਰਜੀਤ ਗਰੇਵਾਲ ਵਰਗੇ ਤੁਹਾਨੂੰ ਕਹਿੰਦੇ ਸੀ ਵੀ ਇਹਨਾਂ ਨੂੰ ਬਾਹਰੋਂ ਫੰਡਿੰਗ ਆਉਂਦੀ ਆ। ਅੱਜ ਤੁਸੀਂ ਜਦੋਂ ਬੀਜੇਪੀ ਦੀ ਝੋਲੀ ਦੇ ਵਿੱਚ ਜਾ ਕੇ ਬਿਲਕੁਲ ਹੀ ਬਹਿ ਗਏ ਹੋ, ਤੇ ਕੌਮ ਨੂੰ ਸਪਸ਼ਟ ਤੇ ਕਰੋ ਵੀ ਤੁਹਾਡਾ ਸੌਦਾ ਕੀ ਹੋਇਆ। ਪ੍ਰਧਾਨਗੀਆਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੁੰਦੀਆਂ, ਕੌਮ ਤੇ ਵੱਡੀ ਆ ਤੇ ਕੌਮੀਅਤ ਵੱਡੀ ਆ। ਮੇਰੀ ਇੱਕ ਗੱਲ ਸੁਣੋ, ਇਲਜ਼ਾਮ ਲਾਉਣਾ ਬੜਾ ਸੌਖਾ ਵਾ, ਮੈਂ ਗੱਲ ਤਦਲੀਲ ਨਾ ਕਰਦਾ, ਤੱਥ ਨਾ ਕਰਦਾ ਵਾ। ਜਦੋਂ ਮੈਂ ਪ੍ਰਧਾਨ ਬਣਿਆ ਸੀ ਨਾ, ਮੈਨੂੰ ਜਰਨਲ ਹਾਊਸ ਨੇ ਸਰਬਸੰਮਤੀ ਨਾਲ ਬਣਾਇਆ ਸੀ, ਜਿਹੜੇ ਕਾਂਗਰਸ ਦੇ ਬਣਾਏ ਮੈਂਬਰ ਸੀ 14 ਦੇ। ਜਦੋਂ ਮੈਂ ਦੁਬਾਰਾ VOTING ਨਾਲ ਬਣਿਆ ਤਾਂ ਵੋਟਾਂ ਦੇ ਬਹੁਮਤ ਨਾਲ ਉਹਨਾਂ ਮੈਂਬਰਾਂ ਨਾਲ ਬਣਿਆ। ਜਿੱਦਣ ਬੀਜੇਪੀ ਨੇ ਬਣਾਉਣਾ ਸੀ, ਉਹਨਾਂ ਨੇ ਤਾਂ ਮਹੰਤ ਕਰਮਜੀਤ ਸਿੰਘ ਬਣਾ ਦਿੱਤਾ। ਮਤਲਬ ਤੁਸੀਂ ਇਹ ਮੰਨਦੇ ਹੋ ਕਿ ਬੀਜੇਪੀ ਨੇ ਮਹੰਤ ਕਰਮਜੀਤ ਗਲਤ ਪ੍ਰਧਾਨ ਬਣਾਇਆ ਤੇ ਸਾਥ ਕਿਉਂ ਦੇ ਰਹੇ ਉਹਦਾ? ਤੁਹਾਨੂੰ ਮੈਂ ਕਹਿ ਜੇ ਬੀਜੇਪੀ ਨੇ ਪ੍ਰਧਾਨ ਗਲਤ ਬਣਾਤਾ ਤੇ ਤੁਸੀਂ ਕੋ ਸਾਥ ਦੇ ਰਹੇ ਹੋ? ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਕਬਜ਼ੇ ਦਵਾ ਰਹੇ ਹੋ। ਕੌਮ ਵਾਲੇ ਪਾਸੇ ਖੜਨਾ ਕਿ ਸਰਕਾਰ ਵਾਲੇ ਪਾਸੇ ਖੜਨਾ? ਬਲਦੀਪ ਸਿੰਘ ਜੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ 'ਚ ਉਹਨੂੰ ਮੁਕੱਦਮਾ ਵੀ ਜਿੱਤਣ ਵਾਸਤੇ ਲੜਾਈ ਲੜੀ ਤੇ ਉਹਨੂੰ ਪ੍ਰਬੰਧ ਵੀ ਲੈ ਕੇ ਦਿੱਤੇ ਆ। ਜੇ ਮੈਂ ਦਾਦੂਵਾਲ ਸਾਹਿਬ ਮੈਂ ਕਹਿਣਾ ਵੀ ਜਿਵੇਂ ਤੁਸੀਂ ਹੁਣੇ ਆਖਿਆ ਨਾ ਕਿ ਸਰਕਾਰ ਨੇ ਮਹੰਤ ਕਰਮਜੀਤ ਨੂੰ ਪ੍ਰਧਾਨ ਬਣਾਤਾ, ਤੁਹਾਨੂੰ ਤੇ ਸਰਬਸੰਮਤੀ ਨਾਲ ਬਣਾਇਆ ਸੀ। ਜੇ ਕੱਲ ਨੂੰ ਮੇਰੀ ਵੀ ਗੱਲ ਸੁਣ ਲਓ, ਮੈਂ ਤੁਹਾਡਾ ਕੁਐਸਚਨ ਪੁੱਛਣਾ, ਸਮਝ ਗਿਆ ਮੈਂ। ਨਹੀਂ, ਦਾਦੂਵਾਲ ਜੀ ਇਹ ਕਹਿ ਰਹੇ ਨੇ ਕਿ ਜੇ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਨੇ ਲਗਾਏ ਨੇ ਮਹੰਤ ਕਰਮਜੀਤ ਤਾਂ ਕਿ ਉਹ ਗਲਤ ਹੈ,
ਨਹੀਂ ਇੱਕ ਦਾਦੂਵਾਲ ਜੀ ਮੈਂ ਸਵਾਲ ਪੁੱਛਦਾ ਸਰ ਤੁਹਾਡਾ। ਮੈਂ ਉਹਦਾ ਵਿਰੋਧ ਕਰਦਾ ਸ਼ੁਕਲਾ ਜੀ। ਦੇਖੋ ਜਿਹੜੀਆਂ ਗੱਲਾਂ ਗਲਤ ਨੇ, ਮੈਂ ਚਾਹੇ ਉਹ ਪੰਜਾਬ ਠੀਕ ਹੈ, ਤੁਸੀਂ ਮਾਨਤ ਕਰਮਜੀਤ ਨੂੰ ਪ੍ਰਧਾਨ ਬਣਾਏ ਜਾਣ ਦਾ ਵਿਰੋਧ ਕਰਦੇ ਹੋ। ਮੈਂ ਉਹਦਾ ਵਿਰੋਧ ਕਰਦਾ ਵਾਂ। ਜਿਹੜੀਆਂ ਚੰਗੀਆਂ ਗੱਲਾਂ ਨੇ ਮੈਂ ਉਹਦੇ ਹੱਕ ਚ। ਠੀਕ ਹੈ, ਮੈਂ ਥੋੜਾ ਹੋਰ ਸੌਖਾ ਕਰਦਾ ਦਰਸ਼ਕਾਂ ਨੂੰ ਵੀ ਸਮਝਣਾ। ਮੈਂ ਦਾਦੂਵਾਲ ਜੀ ਇੱਕ ਸੈਕਿੰਡ, ਬੰਦੀ ਸਿੰਘ ਰਿਹਾ ਹੋਏ। ਠੀਕ ਹੈ ਦਾਦੂਵਾਲ ਜੀ, ਤੁਹਾਡੀ ਗੱਲਾਂ ਤੋਂ ਜੋ ਸਮਝ ਆ ਰਿਹਾ, ਇੱਕ ਸੈਕਿੰਡ ਕੁਲਦੀਪ ਜੀ ਜਵਾਬ ਦੇਣਾ ਚਾਹੁੰਦਾ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ 1 ਮਿੰਟ ਜਵਾਬ ਦੇਣਾ ਦਾਦੂਵਾਲ ਜੀ, ਤੁਹਾਡੀਆਂ ਗੱਲਾਂ ਤੋਂ ਜੋ ਸਮਝ ਆ ਰਿਹਾ ਕਿ ਤੁਸੀਂ ਹਰਿਆਣਾ ਦੀ ਵੱਖਰੀ ਕਮੇਟੀ ਦੇ ਪੱਖ ਦੇ ਵਿੱਚੋਂ, ਪਰ ਜਿਹੜੇ ਮੌਜੂਦਾ ਪ੍ਰਧਾਨ ਲਗਾਏ ਗਏ ਨੇ ਉਹਨਾਂ ਦੇ ਵਿਰੋਧ ਦੇ ਵਿੱਚੋਂ, ਇਹੀ ਕਹਿਣਾ ਚਾਹੁੰਦੇ? ਪਹਿਲੇ ਦਿਨ ਤੋਂ ਕਹਿ ਚੁੱਕਾ ਜੀ, ਮੈਂ ਤਾਂ ਕਿਹਾ ਕਿ ਉਹ ਡੌਪ ਟੈਸਟ ਕਰਾਉਣ ਆਪਣਾ। ਉਹਨਾਂ ਨੇ ਅੱਜ ਤੱਕ ਜਵਾਬ ਨਹੀਂ ਦਿੱਤਾ। ਪਰ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਬੰਦੇ ਸਮਾਂ ਵੀ ਆਪਣਾ ਸਮਝ ਆ ਰਿਹਾ। ਬਾਕੀ ਮੈਂ ਉਹਨਾਂ ਦਾ ਰੁਕ ਕਰਨਾ। ਮੈਂ ਸਿਰਫ ਕੁਲਦੀਪ ਜੀ ਛੋਟੀ ਸਟੇਟਮੈਂਟ ਰੱਖਿਓ ਪਲੀਜ਼, ਛੋਟੀ। ਮੈਂ 30 ਸੈਕਿੰਡ ਲਵਾਂਗਾ ਦਾਦੂਵਾਲ ਸਾਹਿਬ। ਕਮੇਟੀ ਦਾ ਠੀਕ ਹੈ, ਥੋੜਾ ਜਿਹਾ ਰੁਕਿਓ ਇੱਕ ਵਾਰੀ। ਦਾਦੂਵਾਲ ਸਾਹਿਬ, ਜੇ ਮਹੰਤ ਕਰਮਜੀਤ ਤੁਹਾਡੇ ਕਹਿਣ ਦੇ ਮੁਤਾਬਕ ਨਸ਼ਾ ਕਰਦਾ ਵਾ ਤੇ ਸਿੱਖਾਂ ਨੂੰ ਗੁਰੂ ਮਹਾਰਾਜ ਨੇ ਮਰਿਆਦਾ ਸਾਨੂੰ ਦਿੱਤੀ ਆ ਵੀ ਅਸੀਂ ਨਸ਼ੇ ਵਾਲੇ ਦਾ ਸਾਥ ਨਹੀਂ ਦੇਣਾ, ਫਿਰ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਨਾਲ ਕਬਜ਼ੇ ਕਿਉਂ ਦਵਾ ਰਹੇ ਹੋ? ਉਹ ਕਹਿੰਦੇ ਕਿ ਮੈਂ ਨਹੀਂ ਸਾਥ ਦੇ ਰਿਹਾ, ਮੈਂ ਤਾਂ ਵੱਖਰੀ ਕਮੇਟੀ ਦਾ ਸਾਥ ਦੇ ਰਿਹਾ। ਉਸਦੇ ਉੱਪਰ ਕੋਈ ਅੱਜ ਪ੍ਰਧਾਨ ਬੈਠਾ ਹੋਇਆ, ਉਸਦਾ ਵਿਰੋਧ ਹੈ। ਕਰਮਜੀਤ ਨੂੰ ਲਾਉਣ ਵਾਸਤੇ ਸਾਰੀ ਤਾਕਤ ਦਾਦੂਵਾਲ ਸਾਹਿਬ, ਜੇ ਚਲੋ ਠੀਕ ਹੈ, ਆਪਾਂ ਬਿਲਕੁਲ ਡੀਰੇਲ ਹੋ ਗਏ। ਮੈਂ ਵਾਪਸ ਮੁੱਦੇ ਦੇ ਉੱਤੇ ਆਉਂਦਾ। ਇੱਕ ਸੈਕਿੰਡ ਕੁਲਦੀਪ ਜੀ, ਦਾਦੂਵਾਲ ਕੱਲ ਨੂੰ ਉਹਨਾਂ ਨੇ ਗੁਰਮੀਤ ਰਾਮ ਰਹੀਮ ਪ੍ਰਧਾਨ ਲਾਤਾ ਕਮੇਟੀ ਦਾ, ਤੇ ਫਿਰ ਵੀ ਤੁਹਾਡੀ ਸਟੇਟਮੈਂਟ ਇਹ ਹੋਊਗੀ ਕਿ ਮੈਂ ਉਹਦਾ ਤੇ ਵਿਰੋਧ ਕਰਦਾ। ਗੁਰਮੀਤ ਰਾਮ ਰਹੀਮ ਪ੍ਰਧਾਨ ਨਹੀਂ ਲੱਗ ਸਕਦਾ। ਤੁਸੀਂ ਐਵੇਂ ਜੇ ਇੱਕ ਨਸ਼ੇੜੀ ਲੱਗ ਸਕਦਾ, ਤੁਸੀਂ ਕਹਿ ਰਹੇ ਹੋ ਮਹੰਤ ਕਰਮਜੀਤ ਨਸ਼ੇੜੀ ਆ। ਜੇ ਨਸ਼ੇੜੀ ਲੱਗ ਸਕਦਾ, ਉਹ ਕਿਉਂ ਨਹੀਂ ਲੱਗ ਸਕਦਾ? ਸਰਕਾਰ ਜੋ ਮਰਜ਼ੀ ਕਰ ਦੇ। ਪ੍ਰਧਾਨ ਬਣਾਉਣ ਵਾਸਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਸਾਰਾ ਜ਼ੋਰ ਲਾਤਾ, ਬਾਦਲ ਪਰਿਵਾਰ ਨੇ ਸਾਰਾ ਜ਼ੋਰ ਲਾਤਾ। ਚਲੋ ਠੀਕ ਹੈ, ਥੋੜੇ ਮੈਨੂੰ ਨਾ ਸਵਾਲ ਕਰੋ। ਇਲਜ਼ਾਮ ਤਰਾਸ਼ੀਆਂ ਜਾਰੀ ਨੇ। ਥੋੜੇ ਦਾਦੂਵਾਲ ਜੀ, ਥੋੜੇ ਸਮਾਂ ਦਿਓ, ਬਾਕੀ ਮੈਂ ਇਹਨਾਂ ਨੂੰ ਐਡ ਕਰ ਲਈਏ। ਕੁਲਦੀਪ ਧਾਲੀਵਾਲ ਜੀ, ਵਾਰ-ਵਾਰ ਉਂਗਲਾਂ ਉੱਠਦੀਆਂ ਨੇ, ਕਹਿੰਦੇ ਕਿ ਜੇ ਤੁਸੀਂ ਵਾਕਈ ਇਹ ਚੀਜ਼ਾਂ ਸਮਝਦੇ ਹੋ ਤਾਂ ਇਲੈਕਸ਼ਨ ਕਰਵਾ ਦਿਓ। ਐਸਜੀਪੀਸੀ ਦਾ ਵੀ ਪੈਂਡਿੰਗ ਹੈ, ਐਚਐਸਜੀਐਮਸੀ ਦਾ ਵੀ। ਮੈਂ ਇੱਕ ਗੱਲ ਹੋਰ ਵੀ ਸ਼ੁਕਲਾ ਜੀ ਕਹਿਣੀ ਚਾਹੁੰਦਾ ਕਿ ਦੇਖੋ ਜਿਹੜੀ ਅਡਹਾਕ ਕਮੇਟੀ ਦਾ ਇਹ ਕਹਿੰਦੇ ਆ, ਜਦੋਂ ਐਸਜੀਪੀਸੀ ਬਣੀ ਉਹਦੀ ਵੀ ਪਹਿਲਾਂ ਅਡਹਾਕ ਬਣੀ ਸੀ, ਬਾਅਦ ਚ ਇਲੈਕਸ਼ਨ ਹੋਈ ਸੀ। ਠੀਕ ਹੈ, ਚਲੋ ਆਪਾਂ ਹੁਣ ਜਵਾਬ ਲਈਏ, ਬਾਅਦ ਚ ਇਲੈਕਸ਼ਨ ਹੋਣੀ ਹੈ। ਦਾਦੂਵਾਲ ਜੀ ਥੋੜਾ ਇੰਤਜ਼ਾਰ ਕਰਿਓ, ਆਪਣੇ ਨਾਲ ਗਰੇਵਾਲ ਸਾਹਿਬ ਵੀ ਨੇ ਜਿਨ੍ਹਾਂ ਨੇ ਸਵਾਲ ਚੁੱਕ ਰਹੇ ਨੇ, ਉਹਨਾਂ ਤੋਂ ਵੀ ਲਵਾਂਗੇ ਜਵਾਬ। ਪਹਿਲਾਂ ਮੈਂ ਧਾਲੀਵਾਲ ਸਾਹਿਬ ਦਾ ਰੁਕ ਕਰਦਾ। ਧਾਲੀਵਾਲ ਜੀ, ਦੇਖੋ ਸਤਿਕਾਰਯੋਗ ਨੇ ਜਥੇਦਾਰ ਸਾਹਿਬ ਵੀ, ਸਰਦਾਰ ਕੁਲਦੀਪ ਸਿੰਘ ਜੀ ਵੀ, ਉਹ ਬੋਲ ਰਹੇ ਸੀ, ਮੈਂ ਵਿੱਚ ਬੋਲਿਆ ਨਹੀਂ ਕਿਉਂਕਿ ਸੰਗਤਾਂ ਸੁਣ ਰਹੀਆਂ ਸੀ। ਜਿਹੜੀ ਮੇਜਰ ਗੱਲ ਆ, ਕਦੋਂ ਵੀ ਜਦੋਂ ਕਮੇਟੀ ਬਣਦੀ ਜਥੇਦਾਰ ਸਾਹਿਬ ਨੇ ਜਵਾਬ ਦਿੱਤਾ, ਉਹ ਜ਼ਰੂਰ ਉਹਦੇ ਇਲੈਕਸ਼ਨ ਹੋਣਗੇ ਔਰ ਐਜ਼ ਪਰ ਕਾਨੂੰਨ ਦੇ ਜੋ ਐਜ਼ ਪਰ ਲਾਅ ਹੈਗੀਆਂ ਉਹੀ ਚੀਜ਼ਾਂ ਲਾਗੂ ਹੋਣਗੀਆਂ। ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹੁੰਦਾ, ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਧੱਕਾ ਹੋ ਗਿਆ, ਜ਼ਰੂਰ ਸਿੱਖਾਂ ਨਾਲ ਧੱਕਾ ਹੋਇਆ ਔਰ ਕਾਂਗਰਸ ਨੇ ਬਹੁਤ ਧੱਕਾ ਕੀਤਾ। ਇਤਿਹਾਸ ਦੇ ਵਿੱਚ, ਖੂਨੀ ਇਤਿਹਾਸ ਦੇ ਵਿੱਚ ਸਾਡਾ ਜਿਹੜਾ ਉਹ ਦਰਜ ਹੋ ਗਿਆ, ਖੂਨੀ ਪੰਨਾ ਜਿਹੜਾ ਹੈਗਾ। ਪਰ ਜਦੋਂ ਉਹ ਤੋਂ ਮੋਦੀ ਸਰਕਾਰ ਆਈ ਹੈ, ਆ ਕੇ ਮੋਦੀ ਸਾਹਿਬ ਨੇ ਮਲਮਾ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਇਹ ਭਾਰਤੀ ਜਨਤਾ ਪਾਰਟੀ ਹੈ, ਉਹਦੀ ਸਰਕਾਰ ਹੈ ਮੋਦੀ ਸਾਹਿਬ ਦੀ, ਜਿਹੜੀ ਆਪ ਦੀ ਠੀਕ ਹੈ ਤੁਹਾਡੀ ਮਲਮ। ਇੱਕ ਸੈਕਿੰਡ ਸਰ, ਇੱਕ ਸੈਕਿੰਡ ਅਸੀਂ ਇਕੱਲੇ ਆ ਜਿਹੜੇ ਕਹਿ ਸਕਦੇ ਆ। ਤੁਹਾਡੀ ਮਲਮ ਜੇਕਰ ਜਥੇਦਾਰ ਸਾਹਿਬ ਨੂੰ ਨਹੀਂ ਮਹਿਸੂਸ ਹੋ ਰਹੀ ਤਾਂ ਫਿਰ ਸਿੱਖਾਂ ਨੂੰ ਕਿਵੇਂ ਹੋ ਰਹੀ ਹੋਏਗੀ? ਜਥੇਦਾਰ ਸਾਹਿਬ ਉਸ ਨੂੰ ਨਹੀਂ ਮਹਿਸੂਸ ਕਰ ਰਹੇ। ਮੈਂ ਪਹਿਲਾਂ ਵੀ ਗੱਲ ਰੱਖਤੀ ਔਰ ਇਸ ਪੈਨਲ ਤੇ ਵੀ ਗੱਲ ਕਲੀਅਰ ਹੋ ਗਈ ਹੈ ਵੀ ਉਹਨਾਂ ਦਾ ਬਿਆਨ ਜਿਹੜਾ ਸਿਆਸਤ ਤੋਂ ਪ੍ਰੇਰਿਤ ਹੈ। ਖਤਰਾ ਜਿਹੜਾ ਹੈਗਾ ਉਹ ਬਾਦਲ ਪਰਿਵਾਰ ਨੂੰ ਹੈ। ਸ਼੍ਰੋਮਣੀ ਕਮੇਟੀ ਸਾਰਾ ਪੰਜਾਬ ਦਾ ਸਾਈ ਹੋ ਗਿਆ। ਠੀਕ ਹੈ, ਮੈਂ ਤੁਹਾਡੇ ਬਿਆਨ ਨੂੰ ਹੋਰ ਸੌਖਾ ਕਰ ਦਿੰਦਾ। ਤੁਸੀਂ ਇਹ ਕਹਿ ਰਹੇ ਹੋ ਕੀ ਕੀਤਾ ਸ਼੍ਰੋਮਣੀ ਕਮੇਟੀ ਨੇ? ਉਹਦੇ ਕਿਉਂ ਨਹੀਂ ਜਥੇਦਾਰ ਸਾਹਿਬ ਬੋਲੇ ਵੀ ਸਿੱਖਾਂ ਦੇ ਮੁੰਡੇ ਪੱਗਾਂ ਲਾ ਕੇ ਹਾਲੇਲੂਇਆ ਕਰੀ ਜਾਂਦੇ ਆ? ਨਹੀਂ ਧਾਲੀਵਾਲ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਤੱਕ ਗੱਲ ਪਹੁੰਚ ਰਹੀ ਹੈ, ਕੇਂਦਰ ਦੀ ਪ੍ਰਧਾਨ ਮੰਤਰੀ ਦੀ, ਜਥੇਦਾਰ ਸਾਹਿਬ ਸਿਆਸੀ ਤੌਰ ਤੇ ਸਟੇਟਮੈਂਟ ਦੇ ਰਹੇ ਨੇ, ਇਹੀ ਕਹਿ ਰਹੇ ਹੋ? ਬਿਲਕੁਲ, ਜਥੇਦਾਰ ਸਾਹਿਬ ਦੀ ਇਹ ਸਟੇਟਮੈਂਟ ਜਿਹੜੀ ਬਾਤੂਆ ਵਾਲੀ, ਖਾਸ ਤੌਰ ਤੇ ਮੈਂ ਸਿੱਖ ਹੋਣ ਦੇ ਨਾਤੇ ਆਹਤ ਹੈ ਔਰ ਇਹ ਸਿਆਸਤ ਤੋਂ ਪ੍ਰੇਰਿਤ ਹੈ। ਠੀਕ ਹੈ, ਗਰੇਵਾਲ ਜੀ ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ, ਗੁਰਚਰਨ ਗਰੇਵਾਲ ਜੀ ਐਸਜੀਪੀਸੀ ਦੇ ਜਨਰਲ ਸਕੱਤਰ ਨੇ। ਗਰੇਵਾਲ ਸਾਹਿਬ, ਦੇਖੋ ਬੀਜੇਪੀ ਕਹਿ ਰਹੀ ਹੈ ਕਿ ਦੇਸ਼ ਨੂੰ ਤੋੜਨ ਵਾਲੀ ਭਾਸ਼ਾ ਹੈ। ਬੀਜੇਪੀ ਨੂੰ ਲੱਗਦਾ ਹੈ ਕਿ ਇਹ ਸਿੱਖ ਕੌਮ ਦੀ ਬਿਹਤਰੀ ਵਾਲੀ ਭਾਸ਼ਾ ਨਹੀਂ ਹੈ। ਬੀਜੇਪੀ ਨੂੰ ਲੱਗਦਾ ਹੈ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ। ਬੀਜੇਪੀ ਨੂੰ ਲੱਗਦਾ ਹੈ ਕਿ ਕਾਂਗਰਸ ਨੇ ਧੱਕਾ ਕਰ ਦਿੱਤਾ, ਪਰ ਮੋਦੀ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਨੇ ਦੇਸ਼ ਦੇ, ਉਸ ਸਮੇਂ ਤੋਂ ਬਾਅਦ ਤੋਂ ਉਹਨਾਂ ਨੇ ਪਿਛਲੇ 8-9 ਸਾਲਾਂ ਦੇ ਵਿੱਚ ਮੱਲਮ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਨਹੀਂ ਮਹਿਸੂਸ ਕਰ ਪਾ ਰਹੇ ਹੋ? ਦੇਖੋ ਕੁਲਦੀਪ ਸਿੰਘ ਜੀ ਕਾਫੀ ਇਸ ਗੱਲ ਲਈ ਪਰੇਸ਼ਾਨ ਹੋਏ ਨੇ ਜਥੇਦਾਰ ਸਾਹਿਬ ਦੇ। ਮੈਂ ਪਹਿਲਾਂ ਵੀ ਕਿਹਾ ਸੀ ਕਿ ਜਾਬਤੇ ਚ ਰਹਿਣ ਦੀ ਕੋਸ਼ਿਸ਼ ਕਰੋ। ਇੱਕ ਪਾਸੇ ਤੁਸੀਂ ਕਹਿੰਦੇ ਹੋ ਜਥੇਦਾਰ ਸਾਹਿਬ ਠੀਕ ਕਹਿੰਦੇ ਨੇ, ਫਿਰ ਤੁਸੀਂ ਉਹਨਾਂ ਨੂੰ ਸਿਆਸਤ ਤੋਂ ਪ੍ਰੇਰਿਤ ਕਹਿੰਦੇ ਹੋ। ਮੈਂ ਕੋਈ ਸਵਾਲ ਕੀਤਾ ਸੀ ਕਿ ਕੀ ਇਹ ਇਸ ਗੱਲ ਨੂੰ ਬੋਲਣ ਤੋਂ ਪਹਿਲਾਂ ਜਾਂ ਟਿੱਪਣੀ ਕਰਨ ਤੋਂ ਪਹਿਲਾਂ ਇਹ ਗੱਲ ਕਹਿਣਗੇ ਕਿ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਆ, ਸਾਰੇ ਤੁਸੀਂ ਹਿੰਦੂ ਹੋ। ਮੈਂ ਦਾਦੂਵਾਲ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਹਾਡਾ ਜਨਰਲ ਸਕੱਤਰ
ਜਿਹੜਾ ਕਹਿੰਦਾ ਕਿ ਅੰਮ੍ਰਿਤ ਛਕੋ ਨਾ ਛਕੋ ਸਾਰੇ ਹਿੰਦੂ ਆ, ਜਿਹੜੇ ਬੰਦੇ ਜਿਹੜੀ ਜੁਰਤ ਨਹੀਂ ਹੈਗੀ ਐਸਜੀ ਹਰਿਆਣਾ ਐਸਜੀਪੀਸੀ ਦੇ ਜਨਰਲ ਸਕੱਤਰ ਦੀ ਜੁਰਤ ਨਹੀਂ ਹੈ ਕਿ ਖੱਟੜ ਸਾਹਿਬ ਸਿਰ ਤੇ ਰਮਾਨ ਰੱਖ ਲਓ ਕਿ ਮਰਜ਼ਾਦਾ ਵਿੱਚ ਅਰਦਾਸ ਵਿੱਚ ਖੜੇ ਹੋ। ਇਹੋ ਜਿਹੇ ਕਠਪੁਤਲੀ ਲੋਕ ਜਿਹੜੇ ਉੱਥੇ ਥੋਪੇ ਗਏ ਆ। ਹੁਣ ਮੈਂ ਗੱਲ ਇਹ ਦੱਸਣੀ ਚਾਹੁੰਦਾ, ਜਿਹੜਾ ਇੱਥੇ ਰੌਲਾ ਪਾ ਰਿਹਾ, ਬਵੇੜਾ ਖੜਾ ਕੀਤਾ ਜਾ ਰਿਹਾ, ਕੀ ਪਾਰਲੀਮੈਂਟ ਨੂੰ ਤੋੜਨ ਦੀ ਗੱਲ ਆਈ ਆ? ਤੇ ਪਾਰਲੀਮੈਂਟ ਸਭ ਤੋਂ ਪਹਿਲਾਂ ਕਿਹਨੇ ਤੋੜੀ ਆ? ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਦੀ ਤੋਹੀਨ ਕੀਤੀ ਆ। ਤੁਸੀਂ ਜਾਣਦੇ ਹੋ 1925 ਐਕਟ ਆ ਬੈਠੇ ਨੇ ਕੁਲਦੀਪ ਸਿੰਘ ਜੀ, ਇਹ ਬੀਜੇਪੀ ਦੀ ਬੋਲੀ ਬੋਲਣ ਤੋਂ ਹਟ ਕੇ ਵੀ ਕੁਝ ਨਿਆਂ ਦੀ ਗੱਲ ਕਰੋ, ਕੁਝ ਸਾਂਝੀ ਗੱਲ ਵੀ ਕਰੋ। ਤੁਹਾਡੇ ਤੋਂ ਬੜੀ ਵੱਡੀ ਆਸ ਹੈ। ਤੁਸੀਂ ਤੋੜੀ, ਤੁਸੀਂ ਤੋਹੀਨ ਕੀਤੀ ਪਾਰਲੀਮੈਂਟ ਦੀ। 1925 ਐਕਟ ਇਹ ਕਹਿੰਦਾ ਕਿ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਿਸੇ ਤਰ੍ਹਾਂ ਬਦਲਾਅ ਹੋਣਾ ਤਾਂ ਉਹ ਫੈਸਲਾ ਪਾਰਲੀਮੈਂਟ ਦੇ ਵਿੱਚ ਹੋਣਾ। ਤੁਸੀਂ ਪਾਰਲੀਮੈਂਟ ਦਾ ਤੋਹੀਨ ਕੀਤੀ, ਇਸੇ ਕਰਕੇ ਪਾਰਲੀਮੈਂਟ ਤੁਸੀਂ ਤੋੜੀ। ਜਹੇਦਾਰ ਸਾਹਿਬ ਇਹੀ ਕਹਿੰਦੇ ਆ, ਜੇ ਤੁਸੀਂ ਪਾਰਲੀਮੈਂਟ ਤੋੜੋਗੇ ਤੇ ਫਿਰ ਪਾਰਲੀਮੈਂਟ ਨੂੰ ਬਚਾਏਗਾ ਕੌਣ? ਤੁਸੀਂ ਇਲਜ਼ਾਮ ਗਰੇਵਾਲ ਸਾਹਿਬ, ਕਾਂਗਰਸ ਨੇ ਬਣਾਈ ਸੀ ਕਮੇਟੀ। ਠੀਕ ਹੈ ਕੁਲਦੀਪ ਜੀ, ਥੋੜੇ ਵੇਟ ਕਰਿਓ। ਧਾਲੀਵਾਲ ਸਾਹਿਬ ਮੈਂ ਤੁਹਾਡੇ ਕੋਲ ਆਉਣਾ, ਤੁਸੀਂ ਆਪਣੀ ਸਟੇਟਮੈਂਟ ਦਿਓ, ਇੱਕ ਵਾਰੀ ਕੰਪਲੀਟ ਕਰ ਲੈਣ ਦਿਓ। ਬਹੁਤ ਦੇਰ ਦੇ ਇੰਤਜ਼ਾਰ ਉਹ ਵੀ ਕਰ ਰਹੇ ਸੀ। ਗਰੇਵਾਲ ਜੀ ਥੋੜੇ ਤੁਹਾਨੂੰ ਹਾਂ, ਤੁਸੀਂ ਸਕਾਈਪ ਦੇ ਜ਼ਰੀਏ ਜੁੜੇ ਹੋ, ਮੈਂ ਇਸ ਕਰਕੇ ਤੁਹਾਨੂੰ ਇੰਟਰਰਪਟ ਕਰ ਰਿਹਾ ਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਲਾਊਡ ਬੋਲੋਗੇ ਤਾਂ ਆਵਾਜ਼ ਬਹੁਤ ਕਲੀਅਰ ਨਹੀਂ ਆਉਂਦੀ, ਬਲਾਸਟ ਹੁੰਦੀ ਹੈ, ਦਰਸ਼ਕਾਂ ਨੂੰ ਸਮਝਣ ਚ ਔਖੀ ਹੁੰਦੀ ਹੈ। ਮੈਂ ਇਹ ਕਹਿਣਾ ਕਿ ਧਾਲੀਵਾਲ ਸਾਹਿਬ ਕਹਿੰਦੇ ਕਿ ਕਾਂਗਰਸ ਨੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਜੀ, ਉਹਨਾਂ ਨੇ ਧੱਕਾ ਸ਼ੁਰੂ ਕੀਤਾ, ਤੇ ਇਹਦਾ ਮਤਲਬ ਤੁਸੀਂ ਤਾਂ ਧੱਕੇ ਵਿੱਚ ਪੂਰਨ ਤੌਰ ਤੇ ਸ਼ਾਮਲ ਹੋਏ। ਤੁਸੀਂ ਇਸ ਧੱਕੇ ਦੇ ਵਿੱਚ ਸੁਪਰੀਮ ਕੋਰਟ ਤੋਂ ਇੱਕ ਫੈਸਲਾ ਕਰਾਇਆ। ਅੱਜ ਵੀ ਦੱਸੋ 1925 ਐਕਟ ਕਿੱਥੇ ਖੜਾ? ਅੱਜ ਪਾਰਲੀਮੈਂਟ ਦਾ ਅਧਿਕਾਰ ਕਿੱਥੇ ਆ? ਸਾਹਿਬ, ਸੁਪਰੀਮ ਕੋਰਟ ਨੇ ਫੈਸਲਾ ਕਰਾਇਆ ਨਹੀਂ, ਸੁਪਰੀਮ ਕੋਰਟ ਨੇ ਫੈਸਲਾ ਦਿੱਤਾ, ਉਹਨੂੰ ਲਾਗੂ ਕੀਤਾ। ਕੀ ਕਾਨੂੰਨ ਨੂੰ ਲਾਗੂ ਕਰਨਾ ਗੁਨਾਹ ਹੈ ਇਸ ਦੇਸ਼ 'ਚ? ਓਏ ਹੌਸਲਾ ਕਰੋ, ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਨਾ ਗੁਨਾਹ ਹੈ। ਹੌਸਲਾ ਕਰੋ। ਅੱਛਾ ਹੁਣ ਮੈਨੂੰ ਇਹ ਦੱਸੋ ਕਿ ਬਿਲਕਿਸ ਬਾਨੋ ਦੇ ਕੇਸ ਨੂੰ ਤੁਸੀਂ ਹਾਈ ਕੋਰਟ 'ਚੋਂ ਲਾਗੂ ਕਰਵਾ ਕੇ ਉਹਨੂੰ ਰਿਹਾ ਕਰਤਾ, ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਹੀਂ ਕਰਦੇ? ਬੰਦੀ ਸਿੰਘ ਅਸੀਂ ਰਿਹਾ ਕੀਤੇ, ਕਿਸੇ ਕਾਂਗਰਸ ਦੀ ਸਰਕਾਰ ਨੇ ਰਿਹਾ ਕੀਤੇ ਤਾਂ ਦੱਸੋ ਦਰਸ਼ਕਾਂ ਨੂੰ। ਰਿਹਾ ਕੀਤੇ ਤੁਹਾਡੀ ਵਾਜਪਾਈ ਸਾਹਿਬ ਨੇ ਬੰਦੀ ਸਿੱਖਾਂ ਨੂੰ ਰਿਹਾ ਕਰਨ ਲਈ ਚਿੱਠੀ ਲਿਖੀ ਬਾਦਲ ਸਾਹਿਬ ਨੂੰ। ਬਾਦਲ ਸਾਹਿਬ ਨੇ ਵਾਪਸ ਜਵਾਬ ਦੇਤਾ, ਕਹਿੰਦੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਤੇ ਪੰਜਾਬ ਦਾ ਮਾਹੌਲ ਖਰਾਬ ਹੋਊਗਾ। ਵਾਜਪਾਈ ਸਾਹਿਬ ਹੀ ਰਿਹਾ ਕਰਨਾ ਚਾਹੁੰਦੇ ਸੀ ਤੇ ਸਾਡੀ ਮੰਸ਼ਾ ਇੱਕ ਕਰਕੇ ਸਰ, ਇੱਕ ਕਰਕੇ ਲੋਕਾਂ ਨੂੰ ਸਮਝ ਆਵੇ। ਥੋੜਾ ਜਿਹਾ ਠਰਮਾ ਰੱਖਣਾ ਪੈਣਾ ਆਪਾਂ ਨੂੰ। ਸਬੂਤ ਦੇਣਾ, ਮੈਂ ਤਾਂ ਸਬੂਤ ਦੇਣਾ ਕਿ ਤੁਸੀਂ ਸਿੱਖਾਂ ਦੀ ਪਾਰਲੀਮੈਂਟ ਤੋੜੀ ਤੇ ਤੁਸੀਂ ਉਹ ਤਾਂ ਧੱਕੇ ਨਾਲ ਕਾਬਜ ਹੋਏ। ਤੁਸੀਂ ਸਿੱਖਾਂ ਦੇ ਮਾਰੀਆਂ ਜੁੱਤੀਆਂ ਦੇ ਹੁਣ ਤੁਸੀਂ ਕਹਿੰਦੇ ਹੋ ਕਿ ਸਿੱਖ ਜਿਹੜੇ ਆ 2015 ਚ ਅਕਾਲੀ ਦਲ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਬੰਦੀ ਸਿੱਖ ਰਿਹਾ ਨਹੀਂ ਹੋ ਸਕਦੇ। 2015 ਚ ਬਿਆਨ ਹੈ ਉਹਨਾਂ ਦਾ। ਦਿਖਾਓ। ਔਰ ਉਦੋਂ ਪਹਿਲਾਂ ਵਾਜਪਾਈ ਸਾਹਿਬ ਨੇ ਕਿਹਾ ਕਿਉਂ ਨਾ ਚਿੱਠੀ ਲਿਖੀ ਬਾਦਲ ਸਾਹਿਬ ਨੇ, ਇਸ ਗੱਲ ਦਾ ਕਿਉਂ ਨਾ ਰਿਹਾ ਕੀਤੇ ਜਾਣ। ਹਰ ਵਾਰ ਡਿੱਗਾ ਬਣਦਾ ਰਿਹਾ ਅਕਾਲੀ ਦਲ। ਉਹੀ ਅਕਾਲੀ ਦਲ ਅੱਜ ਮਜਬੂਰ ਕਰ ਰਿਹਾ, ਉਹੀ ਅੱਜ ਜਥੇਦਾਰ ਸਾਹਿਬ ਨੂੰ ਮਜਬੂਰ ਕਰ ਰਿਹਾ। ਕੁਲਦੀਪ ਸਿੰਘ ਜੀ ਸੁਣੋ, ਅਕਾਲੀ ਦਲ ਖਤਰੇ 'ਚ ਹੈ। ਠੀਕ ਹੈ ਕੁਲਦੀਪ ਜੀ, ਤੁਹਾਡੀ ਸਟੇਟਮੈਂਟ ਆ ਗਈ, ਥੋੜਾ ਜਿਹਾ ਵੇਟ ਕਰਿਓ ਪਲੀਜ਼। ਗੱਲ ਸੁਣੋ ਜੀ। ਉਸ ਸਮੇਂ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਨਹੀਂ ਸੀ ਹੋਈਆਂ। ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਹੋਈਆਂ ਸੀ ਉਹਨਾਂ ਨੂੰ ਪਰੋਲ ਦਵਾਈ ਸ਼੍ਰੋਮਣੀ ਅਕਾਲੀ ਦਲ ਨੇ। ਆ ਖੈੜਾ ਸਾਹਿਬ ਬੈਠੇ ਆ ਦਵਿੰਦਰਪਾਲ ਸਿੰਘ ਭੁੱਲਰ ਬੈਠਾ, ਆ ਸਾਡੇ ਫਾਂਸੀ ਲੱਗੇ ਜਿਹੜੇ ਸਾਡੇ ਉਹ ਬੈਠੇ ਨੇ, ਉਹ ਗੱਲ ਬੋਲਦੇ ਆ ਤੇ ਤੁਹਾਨੂੰ ਉਹ ਸੁਣਨਾ ਮਿਲਦਾ ਕੰਨ 'ਚ, ਤੁਸੀਂ ਮਿਲਦਾ ਸਿੱਕਾ ਢਾਲ ਕੇ ਪਾ ਲਿਆ। ਉਹਨਾਂ ਦੀ ਜਿਹੜੇ ਬੰਦੀ ਸੀਗਾ ਉਹਨਾਂ ਨੇ ਸੁਣ ਲਓ ਵੀ ਕਿਹਨੇ ਰਿਹਾਈ ਕਰਾਈ। ਸਮਝੋ ਜਿਹੜਾ ਜਥੇਦਾਰ ਸਾਹਿਬ ਨੇ ਕਿਹਾ। ਠੀਕ ਹੈ ਚਲੋ ਗਰੇਵਾਲ ਜੀ, ਤੁਹਾਡੀ ਸਟੇਟਮੈਂਟ ਆ ਗਈ। ਇੱਕ ਬਿਆਨ ਲੈ ਲੈਣ ਦਿਓ ਮੈਨੂੰ। ਭਾਜਪਾ ਦੀ ਮੋਦੀ ਸਰਕਾਰ ਨੇ ਛੱਡੇ। ਠੀਕ ਹੈ ਚਲੋ, ਸਮਾਂ ਬਹੁਤ ਪੂਰਾ ਇਸ ਕਰਕੇ ਇੱਕ ਬਿਆਨ ਲੈ ਲੈਣ ਦਿਓ, ਉਸ ਤੋਂ ਬਾਅਦ ਮੈਂ ਫਾਈਨਲ ਸਟੇਟ। ਠੀਕ ਹੈ ਕੁਲਦੀਪ ਧਾਲੀਵਾਲ ਜੀ। ਅਕਾਲੀ ਦਲ ਤੇ ਦਾਗ ਹੈ, ਭਾਜਪਾ ਤੇ ਦਾਗ ਨਹੀਂ। ਸਾਡੀ ਮਨਸ਼ਾ ਤੇ ਸਵਾਲ ਨਾ ਕਰੋ। ਠੀਕ ਹੈ, ਥੋੜਾ ਜਿਹਾ ਹੋਲਡ ਰੱਖਿਓ। ਮੈਂ ਦਾਦੂਵਾਲ ਜੀ ਦਾ ਇੱਕ ਵਾਰੀ ਰੁਕ ਕਰਦਾ। ਦਾਦੂਵਾਲ ਜੀ ਇੱਕ ਸੈਕਿੰਡ। ਤੁਸੀਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾ ਰਹੇ ਹੋ। ਮੈਂ ਇਸੀ ਸਟੇਟਮੈਂਟ ਦੇ ਉੱਤੇ ਗਰੇਵਾਲ ਸਾਹਿਬ ਇਸੀ ਪੁਆਇੰਟ ਦੇ ਉੱਤੇ ਤੁਹਾਡਾ ਜਵਾਬ ਲਵਾਂਗਾ। ਧਾਲੀਵਾਲ ਸਾਹਿਬ ਔਰ ਗਰੇਵਾਲ ਜੀ ਥੋੜੀ ਜਿਹੀ ਵੇਟ ਕਰਿਓ। ਦਾਦੂਵਾਲ ਸਾਹਿਬ ਕਹਿੰਦੇ ਕਿ ਤੁਸੀਂ ਜਦੋਂ ਸਟੇਟਮੈਂਟ ਹਿੰਦੂ ਰਾਸ਼ਟਰ ਵਾਲੀਆਂ ਆਉਂਦੀਆਂ ਨੇ ਫਿਰ ਤੁਸੀਂ ਬੋਲਦੇ ਨਹੀਂ। ਹੁਣ ਜਦੋਂ ਕੋਈ ਸਟੇਟਮੈਂਟ ਆ ਗਈ ਪਾਰਲੀਮੈਂਟ ਵਾਲੀ, ਫਿਰ ਤੁਹਾਨੂੰ ਲੱਗ ਰਿਹਾ ਕਿ ਨਹੀਂ ਇਹ ਨਹੀਂ ਦੇਣੀ ਚਾਹੀਦੀ ਸੀ ਸਟੇਟਮੈਂਟ। ਸ਼ੁਕਲਾ ਜੀ, ਨਾ ਕੱਲ ਹੱਕ ਤੁਸੀਂ ਨਾ ਅੱਜ ਨਾ ਕੱਲ ਇਹਨਾਂ ਨੂੰ ਸਾਡੀਆਂ ਉਹ ਸਟੇਟਮੈਂਟਾਂ ਸੁਣਦੀਆਂ ਨਹੀਂ ਆ। ਹਿੰਦੂ ਰਾਸ਼ਟਰ ਦੇ ਬਿਲਕੁਲ ਨਹੀਂ। ਇਹ ਦੇਸ਼ ਜਿਹੜਾ ਹੈਗਾ ਧਰਮ ਨਿਰਪੱਖਤਾ ਦੇ ਨਾਲ ਧਰਮ ਨਿਰਪੱਖ ਦੇਸ਼ ਰਹੂਗਾ, ਵਧੂ ਫੁੱਲੂਗਾ। ਜੇ ਇਹਦੇ 'ਚ ਕੋਈ ਵੀ ਕਹੂਗਾ, ਜੇ ਹਿੰਦੂ ਰਾਸ਼ਟਰ ਦੀ ਕੋਈ ਗੱਲ ਕਰੂਗਾ, ਉਹ ਵੀ ਦੇਸ਼ ਦੇ ਖਿਲਾਫ ਆ, ਉਹਦੇ ਹੱਕ 'ਚ ਨਹੀਂ ਆ। ਨਾ ਨੂੰ ਹੋਵਾਂਗੇ ਸਾਰੇ ਭਾਈਚਾਰੇ ਨਾਲ ਰਹਿਣਾ।
ਸਾਰੇ ਭਾਈਚਾਰੇ ਨਾਲ ਰਹਿਣਗੇ, ਭਾਈਚਾਰੇ ਦੇ ਨਾਲ ਰਹਿਣਗੇ, ਦੇਸ਼ ਤਰੱਕੀ ਕਰੂਗਾ, ਲੋਕ ਤਰੱਕੀ ਕਰਨਗੇ। ਲੋਕ ਵਿਕਾਸ ਚਾਹੁੰਦੇ, ਤਰੱਕੀ ਚਾਹੁੰਦੇ ਆ। ਜਿਹੜੀ ਗੱਲ ਬੰਦੀ ਸਿੰਘਾਂ ਦੀ ਆ, ਨਹੀਂ, ਮੈਂ ਤਾਂ ਵਾਰ-ਵਾਰ ਦਾਦੂਵਾਲ ਜੀ ਇਹ ਗੱਲ ਕਹਿ ਰਹੇ ਕਿ ਜਿਹੜੀ ਗੱਲ ਤੁਸੀਂ ਸਮਝ ਪਾ ਰਹੇ ਹੋ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ ਸਮਝ ਪਾ ਰਹੀ, ਜਾਂ ਜਿਹੜੀ ਗੱਲ ਉਹ ਸਮਝ ਪਾ ਰਹੇ ਨੇ ਉਹ ਤੁਹਾਨੂੰ ਕਿਉਂ ਨਹੀਂ ਸਮਝ ਆ ਰਹੀ? ਜਿਹੜੀ ਜਥੇਦਾਰ ਸਾਹਿਬ ਨੂੰ ਗੱਲ ਸਮਝ ਆ ਰਹੀ ਹੈ ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਹੀ? ਕਹਾਣੀ ਆ, ਦੇਖੋ ਉਹ ਉਸ ਪਰਿਵਾਰ ਦੇ ਨਾਲ ਨੇ, ਉਸ ਪਰਿਵਾਰ ਦੇ ਕਹੇ ਤੇ, ਉਸ ਪਰਿਵਾਰ ਦੇ ਕਹਿਣ ਤੇ ਚੱਲਦੇ, ਉਸ ਦਲ ਦੇ ਨਾਲ ਚੱਲ ਰਹੇ। ਉਹਨਾਂ ਦੇ ਜਿੰਨੇ ਵੀ ਉਹਨਾਂ ਦੇ ਦੇਖੋ ਪਰਿਵਾਰ ਦੇ ਘੇਰੇ ਚੋਂ ਬਾਹਰ ਨਿਕਲ ਗਏ, ਉਹਨਾਂ ਨੇ ਸੱਚ ਕਹਿ ਦਿੱਤਾ। ਉਹਨਾਂ ਨੇ ਦੱਸ ਦਿੱਤਾ ਵੀ ਕਿਵੇਂ ਸਾਡੇ ਤੋਂ ਮਾਫੀਨਾਮੇ ਜਾਰੀ ਕਰਾਏ, ਕਿੱਥੇ ਕਿੱਥੇ ਕੀ ਕੀਤਾ, ਸਾਰਾ ਕੁਝ ਤਾਂ ਉਹਨਾਂ ਨੇ ਦੱਸਤਾ। ਜਦੋਂ ਇਹ ਵੀ ਵੀਰ ਆ ਜਾਣਗੇ ਸਾਡੇ ਉਹ ਪਰਿਵਾਰ ਦੇ ਘੇਰੇ ਚੋਂ ਬਾਹਰ, ਇਹਨਾਂ ਨੂੰ ਵੀ ਗੱਲ ਸਮਝ ਆ ਜੂ ਕਿ ਅਸਲ ਗੱਲ ਹੈ ਕੀ ਆ। ਠੀਕ ਹੈ, ਉਦੋਂ ਸਾਡੇ ਵਾਲੀ ਗੱਲ ਇਹਨਾਂ ਦੇ ਵੀ ਸਮਝ ਆ ਜੂਗੀ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਇੱਕ ਸਟੇਟਮੈਂਟ ਸਭ ਦੀ ਲੈ ਲਵਾਂ। ਕੁਲਦੀਪ ਧਾਲੀਵਾਲ ਜੀ ਦਾ ਪਹਿਲਾਂ ਮੈਂ ਰੁਕ ਕਰਦਾ, ਕੁਝ ਕਹਿਣਾ ਵੀ ਚਾਹ ਰਹੇ ਨੇ। ਕੁਲਦੀਪ ਜੀ ਥੋੜੀ ਵੇਟ ਕਰਿਓ। ਕੁਲਦੀਪ ਧਾਲੀਵਾਲ ਸਰ, ਮੈਂ ਇੰਨੀ ਗੱਲ ਹੀ ਕਹਿਣੀ ਚਾਹਣਾ, ਇਹਨਾਂ ਨੇ ਵਾਰ-ਵਾਰ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਗਰੇਵਾਲ ਸਾਹਿਬ ਨੇ। ਕੀ ਇਹਨਾਂ ਨੇ ਕਦੇ ਇਹ ਗੱਲ ਕੀਤੀ ਕਿ ਇਸ ਦੇਸ਼ ਦੇ ਵਿੱਚ ਪੈਰਲਲ ਸ਼ਰਅ ਲਾ, ਮੁਸਲਿਮ ਲਾ ਚੱਲ ਰਿਹਾ ਹੈ ਔਰ ਸ਼ਰਅ ਦੇ ਮੁਤਾਬਕ ਤੁਹਾਨੂੰ ਸਾਰੇ ਕਾਫਰਾਂ ਨੂੰ ਇੱਕ ਦਿਨ ਲਿਖਿਆ ਹੋਇਆ ਤੇ ਕਾਨੂੰਨ ਦੇ ਵਿੱਚ ਵੀ ਇੱਥੇ ਗਜਵਾ ਹਿੰਦ ਹੋਣਾ ਹੀ ਹੋਣਾ ਹੈ ਔਰ ਤੁਹਾਨੂੰ ਸਾਰੇ ਕਾਫਰਾਂ ਨੂੰ ਬਾਹਰ ਕਰ? ਕਦੇ ਉਹਦੀ ਗੱਲ ਕੀਤੀ? ਕਦੇ ਈਸਾਈਅਤ ਦੀ ਜਿਹੜੀ ਸਾਰਾ ਪੰਜਾਬ ਜਿਹੜਾ ਈਸਾਈ ਕਰਤਾ, ਪੱਗਾਂ ਲਵਾ ਕੇ ਹਾਲੇਲੂਇਆ ਕਰਤਾ, ਕਦੇ ਉਹਦੀ ਗੱਲ ਕੀਤੀ? ਕਦੇ ਗੱਲ ਨਹੀਂ ਕੀਤੀ। ਇਹਨਾਂ ਨੇ ਸਿਰਫ ਹਿੰਦੂ ਰਾਸ਼ਟਰ ਔਰ ਜਿੱਥੇ ਗੁਰੂ ਨਾਨਕ ਦੇਵ ਦੀ ਫੁਲਵਾੜੀ ਖਿੜੀ ਆ ਉਧਰ ਨੂੰ ਵੱਧ ਜਾਣ ਦਿਓ, ਦੂਜੇ ਪਾਸੇ ਨੂੰ ਨਹੀਂ ਵਧਣੀ ਜਿਹੜੇ ਪਾਸੇ ਨੂੰ ਤੁਸੀਂ ਵਧਾਉਂਦੇ ਫਿਰਦੇ ਆ। ਤਾਂ ਸ਼੍ਰੋਮਣੀ ਕਮੇਟੀ ਦੇ ਥੱਲੇ ਸੋਟਾ ਮਾਰੇ। ਚਲੋ ਮੈਂ ਇੱਕ ਰਿਕੁਐਸਟ ਤਾਂ ਇਹ ਕਰਾਂਗਾ ਕਿ ਆਪਾਂ ਕਿਸੇ ਵੀ ਧਰਮ ਨੂੰ ਲੈ ਕੇ ਬਹੁਤ ਧਿਆਨ ਦੇ ਨਾਲ ਟਿੱਪਣੀਆਂ ਕਰੀਏ। ਆਪਣੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਆਪਾਂ ਬੋਲਦੇ ਹਾਂ। ਤੁਸੀਂ ਗੱਲ ਨੂੰ ਸਮਝ ਰਹੇ ਹੋਵੋਗੇ ਕੁਲਦੀਪ ਧਾਲੀਵਾਲ ਜੀ, ਤੁਸੀਂ ਵੀ, ਬਾਕੀ ਸਾਰੇ ਮਹਿਮਾਨ ਵੀ। ਆਪਾਂ ਕਿਸੇ ਵੀ ਧਰਮ ਦਾ ਜ਼ਿਕਰ ਕਰਦੇ, ਬੜੀ ਮਰਿਆਦਾ ਹਰ ਦੇ ਲਈ ਜ਼ਰੂਰੀ ਹੁੰਦੀ ਹੈ। ਮੈਂ ਬਹੁਤ ਘੱਟ ਟਾਈਮ ਹੈ, ਮੈਂ ਕੁਲਦੀਪ ਜੀ ਦਾ ਇੱਕ ਸਟੇਟਮੈਂਟ ਲੈਣਾ, ਉਸ ਤੋਂ ਬਾਅਦ ਗਰੇਵਾਲ ਸਾਹਿਬ ਤੁਹਾਡੇ ਕੋਲ ਆਉਂਗਾ। ਕੁਲਦੀਪ ਜੀ, ਸਵਾਲ ਇਹ ਹੈ ਕਿ ਬਦਦੁਆ ਦੇਣ ਦੇ ਨਾਲ ਜੇ ਕੁਝ ਪਿੱਛੇ ਕੁਝ ਘਟਨਾਕ੍ਰਮ ਹੋਇਆ ਹੈ ਜਾਂ ਫਿਰ ਕੋਈ ਧੱਕਾ ਸਰਕਾਰਾਂ ਕਰਦੀਆਂ ਰਹੀਆਂ ਨੇ, ਕਿ ਬਦਦੁਆ ਦੇਣ ਦੇ ਨਾਲ ਗੱਲ ਬਣ ਸਕਦੀ ਹੈ ਜਾਂ ਤੁਹਾਨੂੰ ਲੱਗਦਾ ਕਿ ਐਕਸ਼ਨ ਚਾਹੀਦਾ ਹੈ? ਜਿਵੇਂ ਦਾਦੂਵਾਲ ਜੀ ਕਹਿ ਰਹੇ ਸੀ ਕਿ ਜੇ ਬਾਕੀ ਇਸ ਤਰੀਕੇ ਨਾਲ ਕੁਝ ਹੋ ਰਿਹਾ ਹੈ ਤਾਂ ਫਿਰ ਜਥੇਦਾਰ ਸਾਹਿਬ ਨੂੰ ਲੀਡ ਕਰਨਾ ਚਾਹੀਦਾ। ਦੇਖੋ ਜੀ, ਇਹ ਤੇ ਨਾ ਹਰੇਕ ਦੇ ਗੱਲ ਕਰਨ ਦਾ ਢੰਗ ਹੁੰਦਾ। ਜਥੇਦਾਰ ਸਾਹਿਬ ਨੇ ਪੰਜਾਬੀ ਦੇ ਇੱਕ ਢੰਗ ਦੇ ਵਿੱਚ ਜਿਹੜੀ ਗੱਲ ਕਰਤੀ ਆ, ਅਸੀਂ ਉਹਨੂੰ ਬਿਲਕੁਲ ਠੀਕ ਮੰਨਦੇ ਆ। ਵਿੱਚ ਇਹ ਵੀ ਇੱਕ ਨਿਕਲ ਕੇ ਆਉਂਦਾ ਕਿ ਇਹ ਬੇਵਸੀ ਵੀ ਸ਼ੋ ਹੁੰਦੀ ਹੈ ਜਦੋਂ ਕੁਝ ਨਹੀਂ ਹੋ ਰਿਹਾ ਹੁੰਦਾ, ਬੰਦਾ ਕਹਿੰਦਾ ਕਿ ਤੈਨੂੰ ਬਦਦੁਆ ਲੱਗੇ ਮੇਰੇ, ਹੋਰ ਮੈਂ ਕੁਝ ਨਹੀਂ ਕਰ ਸਕਦਾ। ਦੇਖੋ ਜੀ, ਬੇਵਸੀ ਦੀ ਗੱਲ ਨਹੀਂ ਹੁੰਦੀ। ਜਦੋਂ ਤੁਸੀਂ ਸਾਰੇ ਪਾਸਿਆਂ ਤੋਂ ਨੂੜ ਹੀ ਲਾਓਗੇ ਤੇ ਬੰਦਾ ਕਹੂਗਾ ਕਿ ਮੈਂ ਧਾਲੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ, ਧਾਲੀਵਾਲ ਸਾਹਿਬ, ਇਹ ਜਿਹੜਾ ਇੰਡੀਆ ਹੈਗਾ ਵਾ ਇਹ ਬਹੁਤ ਸਾਰੇ ਰਾਜਾਂ ਦਾ ਇੱਕ ਸਮੂਹ ਆ। 500 ਰਿਆਸਤਾਂ ਜਿਹੜੀਆਂ ਇੰਡੀਆ ਦੇ ਵਿੱਚ, ਉਹ ਤੋਂ ਵੱਧ ਹੀ 500 ਤੋਂ, ਉਹਨਾਂ ਨੂੰ ਮਿਲਾਇਆ ਗਿਆ ਤੇ ਇੱਕ ਦੇਸ਼ ਬਣਿਆ। ਇਹਦੇ 'ਚ ਵੱਖ-ਵੱਖ ਸੱਭਿਆਚਾਰ ਆ, ਵੱਖ-ਵੱਖ ਬੋਲੀਆਂ। ਸਾਨੂੰ ਤੁਹਾਡੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈਗੀ, ਨਾ ਸਿੱਖਾਂ ਨੂੰ ਨਾ ਦੂਜਿਆਂ ਨੂੰ। ਅਸੀਂ ਤੇ ਇਹ ਚਾਹੁੰਦੇ ਆ ਕਿ ਸਾਰਿਆਂ ਨੂੰ ਉਹਨਾਂ ਦਾ ਬਣਦਾ ਜਿਹੜਾ ਮਾਣਤਾਣਾ ਦਿਓ। ਜਿਹੜਾ ਅੱਜ ਰਾਸ਼ਟਰਵਾਦ ਦੇ ਨਾਮ ਦੇ ਉੱਤੇ ਸਾਰਾ ਕੁਝ ਸੈਂਟਰਲਾਈਜ਼ ਕੀਤਾ ਜਾ ਰਿਹਾ ਦਿੱਲੀ ਦੇ ਥੱਲੇ, ਇਹ ਬੰਦ ਹੋਣਾ ਚਾਹੀਦਾ ਵਾ। ਜਿਵੇਂ ਤੁਸੀਂ ਹੁਣੇ ਮੁਸਲਮਾਨਾਂ ਦੇ ਖਿਲਾਫ ਬੜੀ ਇੱਕ ਸਖਤ ਜੀ ਟਿੱਪਣੀ ਕੀਤੀ ਆ, ਮੈਂ ਨਹੀਂ ਮੰਨਦਾ ਵੀ ਤੁਸੀਂ ਪਤਾ ਨਹੀਂ ਦੱਬ ਰਹੇ ਹੋ ਕਿ ਨਹੀਂ ਦੱਬ ਰਹੇ ਹੋ। ਮੁਸਲਮਾਨਾਂ ਦੇ ਮਨ ਦੇ ਵਿੱਚ ਵੀ ਜਿਹੜਾ ਇੱਕ ਲਿਆ ਰਹੇ ਹੋ ਤੁਸੀਂ, ਕੋਡ ਆਫ ਕੰਡਕਟ ਲੈ ਕੇ ਆ ਰਹੇ ਹੋ ਇੱਕ ਦੇਸ਼ ਦੇ ਵਿੱਚ, ਉਹਦੇ ਕਰਕੇ ਉਹਨਾਂ ਦੇ ਮਨ ਦੇ ਵਿੱਚ ਵੀ ਡਰ ਆ, ਸਿੱਖਾਂ ਦੇ ਮਨ ਦੇ ਵਿੱਚ ਵੀ ਡਰ ਆ। ਜਦੋਂ ਵਾਰ-ਵਾਰ ਕਿਹਾ ਜਾ ਰਿਹਾ ਵੀ ਇੱਥੇ ਰਹਿਣ ਵਾਲਾ ਜਿਹੜਾ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਆ ਯੋਗੀ ਆਦਿੱਤਿਆਨਾਥ, ਉਹਦੀ ਇਹ ਸਟੇਟਮੈਂਟ ਆ ਕਿ ਇੱਥੇ ਰਹਿਣ ਵਾਲੇ ਜਿਹੜੇ ਸਾਰੇ ਬੰਦੇ ਉਹ ਹਿੰਦੂ ਹੀ ਹੈਗੇ ਆ, ਤੇ ਸਿੱਖਾਂ ਦੇ ਮਨ 'ਚ ਤੋਖਲਾ ਕਿਉਂ ਨਹੀਂ ਹੋਣਾ? ਧਾਲੀਵਾਲ ਸਾਹਿਬ, ਸਾਨੂੰ ਕੋਈ ਤੁਹਾਡੇ ਨਾਲ ਦੁਸ਼ਮਣੀ ਨਹੀਂ, ਨਾ ਬੀਜੇਪੀ ਨਾਲ, ਦੂਜਿਆਂ ਨਾਲ, ਤੀਜਿਆਂ ਨਾਲ। ਅਸੀਂ ਤੇ ਇਹ ਤੁਹਾਨੂੰ ਬੇਨਤੀ ਕਰਦੇ ਹਾਂ, 1 ਮਿੰਟ ਦੀ ਬਸ, ਇਹ ਮੈਂ ਇੱਕੋ ਮਿੰਟ ਲਊਂਗਾ। ਤੁਸੀਂ ਪੰਜਾਬ ਦੇ ਵਿੱਚ ਸਾਡੀ ਮਾਂ ਬੋਲੀ ਜਿਹੜੀ ਆ ਉਹਨੂੰ ਪਹਿਲੀ ਕਲਾਸ ਤੋਂ, ਨਰਸਰੀ ਕਲਾਸ ਤੋਂ ਲਾਗੂ ਕਰ ਦਿਓ। ਸਾਡੇ ਬੰਦੀ ਸਿੰਘਾਂ ਨੂੰ ਬਾਹਰ ਕੱਢ ਦਿਓ, ਸਿੱਖਾਂ ਦੀਆਂ ਭਾਵਨਾਵਾਂ ਸੁਣ ਲਓ। ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹੋਵਾਂਗੇ। ਪਰ ਜੇ ਤੁਸੀਂ ਸਿੱਖਾਂ ਦੀ ਸੰਵੇਦਨਾ ਨੂੰ ਨਹੀਂ ਸਮਝੋਗੇ, ਇਹ ਇਕੱਲੇ ਪੰਜਾਬ ਚੋਂ ਨਹੀਂ ਪੂਰੇ ਮੁਲਕ ਦੇ ਵਿੱਚੋਂ ਆਵਾਜ਼ਾਂ ਜਿਹੜੀਆਂ ਉੱਠਦੀਆਂ ਰਹਿਣਗੀਆਂ। ਧਿਆਨ ਨਾਲ ਸੁਣੋ ਗੱਲ। ਠੀਕ ਹੈ ਦਾਦੂਵਾਲ ਜੀ, ਬਹੁਤ ਛੋਟੀ ਸਟੇਟਮੈਂਟ। ਸਵਾਲ ਇੱਥੇ ਹੀ ਉੱਠ ਰਹੇ ਨੇ ਕਿ ਜੇਕਰ ਹੋਰ ਗੱਲਾਂ ਹੁੰਦੀਆਂ ਨੇ ਤਾਂ ਉਸ ਦੇ ਉੱਤੇ ਕਿੰਤੂ ਪਰੰਤੂ ਨਹੀਂ ਹੁੰਦਾ, ਔਰ ਜੇ ਸਿੱਖਾਂ ਦੇ ਮਸਲੇ ਹੈਗੇ ਨੇ, ਜਿਵੇਂ ਤੁਸੀਂ ਟੁਕੜਿਆਂ ਵਾਲੇ ਬਿਆਨ ਦੇ ਉੱਤੇ ਅੱਜ ਸਟੇਟਮੈਂਟ ਦੇ ਰਹੇ ਹੋ, ਜਦੋਂ ਕੋਈ ਹੋਰ ਕੰਮ ਹੁੰਦਾ ਤਾਂ ਉਸ ਦੇ ਉੱਤੇ ਵੀ ਐਵੇਂ ਡਟ ਕੇ ਖੜਿਆ ਕਰੋ। ਖਾਸ ਤੌਰ ਤੇ ਵੱਖਰੀ ਕਮੇਟੀ ਦੇ ਉੱਤੇ ਜ਼ਿਕਰ ਹੋ ਰਿਹਾ ਹੈ ਕਿ ਜੇ ਤੁਸੀਂ ਮਹੰਤ ਕਰਮਜੀਤ ਨੂੰ ਲੈ ਕੇ ਸਟੇਟਮੈਂਟ ਦੇ ਰਹੇ ਹੋ ਤਾਂ ਖੁੱਲ ਕੇ ਵਿਰੋਧ ਕਰੋ ਉਸ ਦਾ। ਦੇਖੋ, ਇੱਕ ਬੰਦੇ ਦੇ ਕਰਕੇ ਸਾਰੀ ਸੰਸਥਾ ਖੂਜ ਵਿੱਚ ਸਿੱਟੀ ਜਾਂਦੀ। ਮੈਂ ਪਹਿਲਾਂ ਕਹਿ ਚੁੱਕਿਆ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਸੀਂ ਲੜਾਈ ਲੜੀ ਆ, ਕਾਨੂੰਨੀ ਲੜਾਈ ਵੀ ਲੜੀ ਆ, ਉਹਦਾ ਹੱਕ 'ਚ ਫੈਸਲਾ ਵੀ ਆਇਆ ਵਾ ਜੀ, ਪ੍ਰਬੰਧ ਵੀ ਹੁਣ ਅਸੀਂ ਲਿਆ ਵਾ। ਇੱਕ ਆਦਮੀ ਤੇ ਜਿੱਥੇ ਸਾਡਾ ਇਤਰਾਜ਼ ਆ, ਉਹ ਇਤਰਾਜ਼ ਖੜਾ ਵਾ ਸਾਡਾ, ਪਰ ਉਹਦੇ ਕਰਕੇ ਥੋੜਾ ਅਸੀਂ ਪ੍ਰਬੰਧ ਛੱਡ ਦਈਏ, ਸੇਵਾ ਸੰਭਾਲ ਛੱਡ ਦਈਏ। ਜਿੱਥੇ ਸੇਵਾ ਸੰਭਾਲ ਪ੍ਰਬੰਧ ਦੀ ਗੱਲ ਆ, ਜਿੱਥੇ ਤੱਕ ਵਿਰੋਧ ਦੀ ਗੱਲ ਆ, ਦੇਖੋ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਆ ਜੀ, ਉਹਦੇ ਵੀ ਵਿਰੋਧ ਆ। ਜਿੱਥੇ ਬੰਦੀ ਸਿੰਘਾਂ ਦੀ ਗੱਲ ਕੀਤੀ ਆ, ਹੁਣ ਕੌਮੀ ਇਨਸਾਫ ਮੋਰਚੇ ਦਾ ਸਮਰਥਨ ਕਰ ਰਹੇ ਆ, ਉਹਨਾਂ ਦੇ ਆਗੂਆਂ ਦੀ ਗੱਲਬਾਤ ਸਰਕਾਰ ਨਾਲ ਚੱਲ ਰਹੀ ਆ। ਅੱਜ ਨਹੀਂ ਕੱਲ ਸਾਡੇ ਉਹ ਬੰਦੀ ਸਿੰਘ ਜਿੱਦਾਂ ਪਹਿਲਾਂ ਰਿਹਾ ਹੋਏ ਆ, ਪਹਿਲਾਂ ਕਿਹੜੇ ਕਾਂਗਰਸ ਸਰਕਾਰ 'ਚ ਸਗੋਂ ਸਾਡੇ ਸਰਦਾਰ ਮਨਮੋਹਨ ਸਿੰਘ ਰਹੇ ਆ, ਸਰਦਾਰ ਪ੍ਰਾਈਮ ਮਿਨਿਸਟਰ ਰਿਹਾ, ਉਸ ਵੇਲੇ ਨਹੀਂ ਰਿਹਾ ਹੋਏ, ਸਗੋਂ ਆਪਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੇਲੇ ਹੀ ਰਿਹਾ ਹੋਏ ਨੇ ਨਾ। ਆ ਜਿੰਨੇ ਸਿੰਘ ਰਿਹਾ ਹੋ ਕੇ ਆਏ ਆ, ਜਿਹੜੇ ਰਹਿੰਦੇ ਆ ਉਹ ਵੀ ਰਿਹਾ ਹੋਣ, ਗੱਲਬਾਤ ਵੀ ਚੱਲ ਰਹੀ ਹੈ ਜੀ। ਠੀਕ ਹੈ ਦਾਦੂਵਾਲ ਜੀ, ਮੇਰੇ ਕੋਲ ਸਮਾਂ ਖਤਮ ਹੋ ਰਿਹਾ, ਪਰ ਮੈਂ ਗਰੇਵਾਲ ਸਾਹਿਬ ਦੀ ਇੱਕ ਸਟੇਟਮੈਂਟ ਜ਼ਰੂਰ ਲੈਣੀ ਹੈ। ਗਰੇਵਾਲ ਸਾਹਿਬ, ਇਸ ਪੂਰੀ ਚਰਚਾ ਦੇ ਵਿੱਚੋਂ ਨਿਕਲ ਕੇ ਇਹ ਵੀ ਆਇਆ, ਚਾਹੇ ਦਾਦੂਵਾਲ ਜੀ ਦਾ ਜ਼ਿਕਰ ਸੀ, ਉਹਨਾਂ ਨੇ ਕਿਹਾ ਕਿ ਜੇਕਰ ਜਥੇਦਾਰ ਸਾਹਿਬ ਨੂੰ ਇਹ ਵਾਕਈ ਲੱਗ ਰਿਹਾ ਕਿ ਇਸ ਤਰੀਕੇ ਨਾਲ ਕੋਈ ਧੱਕਾ ਹੋ ਰਿਹਾ ਜਾਂ ਕੋਈ ਟੁਕੜੇ ਕਰਨ ਵਾਲੀ ਗੱਲ ਹੋਈ ਹੈ, ਤਾਂ ਫਿਰ ਲੀਡ ਕਰਨ ਦੀ ਜ਼ਰੂਰਤ ਹੈ, ਬਦਦੁਆ ਤੱਕ ਗੱਲ ਸੀਮਿਤ ਨਹੀਂ ਰਹਿਣੀ ਚਾਹੀਦੀ। ਦੇਖੋ ਜੀ, ਜਥੇਦਾਰ ਸਾਹਿਬ ਪ੍ਰਤੀ ਜਿਹੜੀ ਸੁੱਚੀ ਭਾਵਨਾ, ਉਹਦੇ ਲਈ ਜਥੇਦਾਰ ਸਾਹਿਬ ਅੱਜ ਵੀ ਲੀਡ ਕਰ ਰਹੇ ਨੇ, ਸਮੇਂ-ਸਮੇਂ ਨਾਲ ਲੀਡ ਹੋਏਗੀ, ਇਹੋ ਜੀ ਕੋਈ ਗੱਲ ਨਹੀਂ। ਇਹ ਦੇਸ਼ ਦੇਖੇਗਾ ਇਸ ਗੱਲ ਨੂੰ। ਅਕਾਲ ਤਖਤ ਨੇ ਹਮੇਸ਼ਾ ਲੀਡ ਦਿੱਤੀ ਹੈ, ਛੇਵੇਂ ਪਾਤਸ਼ਾਹ ਦਾ ਤਖਤ ਆ, ਉਹਤੇ ਸ਼ਕਤੀ ਵਰਤਦੀ ਆ। ਦੂਸਰੀ ਗੱਲ ਮੈਂ ਇਹ ਕਹਿ ਦਿਆਂ ਕਿ ਸਾਰੇ ਜਿਹੜੇ ਪੈਨਲਿਸਟ, ਚਾਹੇ ਦਾਦੂਵਾਲ ਸਾਹਿਬ ਚਾਹੇ ਧਾਲੀਵਾਲ ਸਾਹਿਬ, ਇਸ ਗੱਲ ਦਾ ਰੌਲਾ ਪਾ ਰਹੇ ਨੇ ਕਿ ਸੁਪਰੀਮ ਕੋਰਟ ਨੇ ਜਿਹੜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਕਿ ਇਹਦਾ ਪ੍ਰਬੰਧ ਜਿਹੜਾ ਹਰਿਆਣਾ ਸਰਕਾਰ ਨੂੰ ਖੱਟਰ ਸਾਹਿਬ ਨੇ ਲਿਆ ਦੇ ਕੋਲੇ ਆ, ਨਾ ਕਿ ਹਰਿਆਣਾ ਦੇ ਸਿੱਖਾਂ ਕੋਲੇ ਆ। ਉਹਨਾਂ ਨੇ ਇਹ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਚੋਣ ਕਰਾਓ, ਕਿਉਂਕਿ ਪਹਿਲਾਂ ਚੁਣੇ ਹੋਏ 11 ਬੰਦੇ ਕੰਮ ਕਰ ਰਹੇ ਆ, ਲੋਕਤੰਤਰ ਆ, ਉਹ ਗਦਲ ਚਾਉਂਦੇ ਪਾ ਕੇ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਤੀਜੀ ਗੱਲ, ਮੈਂ ਦਾਦੂਵਾਲ ਸਾਹਿਬ ਦਾ ਸਰਕਾਰ ਕਮੇਟੀ ਦਾ ਜ਼ਿਕਰ ਕੀਤਾ ਵਾ, ਕਮੇਟੀ ਦਾ ਜ਼ਿਕਰ ਆ। ਓਏ ਆਪਾਂ ਫੇਰ ਮਿਲ ਲੈਣਾ, ਕੋਈ ਗੱਲ ਨਹੀਂ। ਮੈਂ ਦੂਜਾ ਮੈਂ ਤੁਹਾਡੀ ਵਧਾਈ ਦਿੰਦਾ ਕਿ ਦਾਦੂਵਾਲ ਸਾਹਿਬ ਨੇ ਬੜੀ ਫਰਾਖਦਰੀ ਨਾਲ ਗੱਲ ਕਹੀ ਆ ਕਿ ਜਿਹੜਾ ਸਾਡਾ ਡਰਾਈਵਰ ਆ ਉਹ ਨਸ਼ਈ ਆ। ਮੈਂ ਨਹੀਂ ਕਹਿੰਦਾ, ਦਾਦੂਵਾਲ ਸਾਹਿਬ ਕਹਿੰਦੇ ਆ, ਤੇ ਫਿਰ ਕਿਰਪਾ ਕਰਕੇ ਦਾਦੂਵਾਲ ਸਾਹਿਬ, ਜੇ ਡਰਾਈਵਰ ਹੀ ਤੁਹਾਡਾ ਨਸ਼ਈ ਆ ਨਾ, ਜਿਹਨੂੰ ਤੁਸੀਂ ਡੋਪ ਟੈਸਟ ਦੀ ਗੱਲ ਕਰਦੇ ਹੋ, ਤੇ ਤੁਹਾਡੀ ਬੇੜੀ ਮੈਨੂੰ ਵਿਚਾਲੇ ਰੋਕਣਾ ਹੋਊਗਾ ਸਰ, ਖਤਮ ਹੋ ਚੱਲਿਆ ਸਮਾਂ ਆਪਣੇ ਕੋਲ ਅੱਜ ਦਾ। ਠੀਕ ਹੈ ਧਾਲੀਵਾਲ ਸਾਹਿਬ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਗਰੇਵਾਲ ਸਾਹਿਬ ਤੁਹਾਡਾ ਵੀ ਧੰਨਵਾਦ, ਦਾਦੂਵਾਲ ਜੀ ਤੁਹਾਡਾ ਵੀ ਧੰਨਵਾਦ, ਕੁਲਦੀਪ ਸਿੰਘ ਜੀ ਸਟੂਡੀਓ 'ਚ ਮੌਜੂਦ ਸੀ ਸਰ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਅੱਜ ਦੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ, ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਖੈਰ ਮੁੱਦਾ ਗੰਭੀਰ ਹੈ, ਸੰਵੇਦਨਸ਼ੀਲ ਹੈ, ਪਰ ਜਦੋਂ ਜਥੇਦਾਰ ਸਾਹਿਬ ਇਹ ਸਟੇਟਮੈਂਟ ਦੇ ਰਹੇ ਨੇ ਤਾਂ ਜਿਹੜੀਆਂ ਸਰਕਾਰਾਂ ਨੇ, ਸਰਕਾਰਾਂ ਨੂੰ ਲੀਡ ਕਰਨ ਵਾਲੇ ਲੋਕ ਨੇ, ਉਹਨਾਂ ਨੂੰ ਵੀ ਸੋਚਣਾ ਤਾਂ ਹੋਏਗਾ ਕਿ ਵਾਕਈ ਜਥੇਦਾਰ ਸਾਹਿਬ ਨੂੰ ਇਹ ਸਟੇਟਮੈਂਟ ਦੇਣੀ ਕਿਉਂ ਪਈ, ਤੇ ਜਿਹੜੀਆਂ ਸਿੱਖ ਕੌਮ ਦੇ ਨੁਮਾਇੰਦੇ ਨੇ ਵੱਖ-ਵੱਖ ਜਥੇਬੰਦੀਆਂ ਦੇ, ਉਹਨਾਂ ਨੂੰ ਵੀ ਘੋਖਤਾ ਕਰਨੀ ਹੋਏਗੀ ਜਾਂ ਵਿਚਾਰਾਂ ਕਰਨੀਆਂ ਹੋਣਗੀਆਂ ਕਿ ਆਖਿਰ ਹੁਣ ਅੱਗੇ ਕੀ, ਜੇਕਰ ਇਹ ਸਮੱਸਿਆ ਇਸ ਸਮੇਂ ਜਥੇਦਾਰ ਸਾਹਿਬ ਨੂੰ ਨਜ਼ਰ ਆ ਰਹੀ ਹੈ। ਪਰ ਉਮੀਦ ਕਰਦੇ ਹਾਂ ਕਿ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਪੰਜਾਬ ਦੀ ਬਰਕਰਾਰ ਰਹੇ, ਜਿਵੇਂ ਹੁਣ ਹੈ ਉਵੇਂ ਅੱਗੇ ਵੀ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।